ਤੋਂ ਬਾਅਦ ਉਹਨਾਂ ਨੇ ਵਿਸ਼ਵ ਦੇ ਵਿੱਚ 4 ਰੀਜ਼ਨ ਜਿਹੜੇ ਸੀ ਉਹ ਇੰਟਰੋਡਿਊਸ ਕਰਵਾਏ ਸੀ। ਹੋਲ ਵਰਲਡ ਪੂਰੀ ਦੁਨੀਆ ਦੇ ਵਿੱਚ 4 ਕਾਰਨਾਂ ਨੂੰ ਉਹਨਾਂ ਨੇ ਆਪਣੀ ਸਟੇਟਮੈਂਟ 'ਚ ਇੰਟਰੋਡਿਊਸ ਕਰਵਾਇਆ ਸੀ। ਉਹ ਜਿਹੜੀ ਬਿਮਾਰ ਹੋਣ ਦੇ ਜਿਹੜੇ 4 ਕਾਰਨ ਸੀ ਉਹ ਵਿਸ਼ਵ ਨੂੰ ਦੱਸੇ ਸੀ। ਉਹ ਸਭ ਤੋਂ ਪਹਿਲਾ ਕਾਰਨ ਜਿਹੜਾ ਉਹਨਾਂ ਨੇ ਆਪਣੇ ਗ੍ਰੰਥ ਦੇ ਵਿੱਚ ਲਿਖਿਆ ਸੀ ਉਹ ਪਰ ਇਹ ਇੰਨਾ ਸਾਲ ਪਹਿਲਾਂ ਜਦੋਂ ਡਾਕਟਰ ਲਾਇਨਸ ਪੌਲਿੰਗ ਜਿਹੜੇ ਉਹ ਕਹਿ ਗਏ ਸੀਗੇ ਕਿ ਆਹ ਕਾਰਨ ਹੋਣਗੇ ਅੱਗੇ ਚੱਲ ਕੇ ਰੋਗ ਦੇ ਮਹਾਮਾਰੀਆਂ ਦੇ, ਪਰ ਇਹਦੇ ਬਾਵਜੂਦ ਵੀ ਅੱਜ ਵੀ ਜਿਹੜੇ ਨੇ ਲੋਕ ਉਸ ਪੱਧਤੀ ਨੂੰ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਉਹ ਜੋ ਪਹਿਲਾਂ ਕਹਿ ਗਏ ਨੇ ਉਹਦੇ 'ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਇਹਦੇ ਕੀ ਕਾਰਨ ਸਮਝਦੇ? ਕੋਈ ਇਸ ਤਰ੍ਹਾਂ ਦਾ ਅਸੀਂ ਇਨਟੇਕ ਕਰ ਰਹੇ ਹਾਂ ਵਾਇਆ ਫੂਡ ਜਿਹਦੇ ਸਾਨੂੰ ਪਤਾ ਹੈ, ਠੀਕ ਹੈ। ਜਿਵੇਂ ਕੋਕ ਦਾ pH 2 ਹੁੰਦਾ ਹੈ, ਠੀਕ ਹੈ। ਕੋਲਡ ਡਰਿੰਕ ਕੋਈ ਵੀ ਸੌਫਟ ਡਰਿੰਕ ਆਪਾਂ ਪੀਂਦੇ ਉਹਦਾ pH 2 ਹੁੰਦਾ, ਜਿਹੜਾ ਜਿਹਦੇ ਨਾਲ ਬਾਡੀ ਦਾ pH ਘਟ ਜਾਂਦਾ ਹੈ, ਆਕਸੀਜਨ ਲੈਵਲ ਲੋ ਆ ਜਾਂਦਾ ਹੈ। 4 ਮੁੱਖ ਚੀਜ਼ਾਂ ਦੀ 4 ਮੁੱਖ ਕਾਰਨਾਂ ਕਰਕੇ ਹੀ ਹਰ ਇਨਸਾਨ ਰੋਗੀ ਹੋ ਰਿਹਾ ਹੈ ਤੇ ਇਨ ਫਿਊਚਰ ਰੋਗੀ ਹੋਵੇਗਾ। ਅੱਜ ਜਿੰਨੇ ਵੀ ਅਸੀਂ ਹਸਪੀਟਲਾਈਜ਼ ਹੋ ਰਹੇ ਹਾਂ ਜਾਂ ਕਰੋਨਿਕਲ ਬਿਮਾਰੀਆਂ ਦੇ ਵਿੱਚ ਜਾ ਰਹੇ ਹਾਂ, ਉਹਦੇ ਪਿੱਛੇ ਨਾ 4 ਦੇ ਜਾਂ ਤਾਂ ਕਈ ਕੁਛ ਬਾਡੀ ਦੇ 4 ਦੇ ਕਾਰਨ ਕਰਕੇ ਬਾਡੀ ਬਿਮਾਰ ਹੈ, ਜਾਂ 4 ਦੇ ਵਿੱਚੋਂ ਕਿਸੇ ਨੇ ਇੱਕ ਨਾ ਇੱਕ ਕਰਕੇ ਅਸੀਂ ਬਿਮਾਰ ਹੈਗੇ ਹਾਂ, ਲੇਕਿਨ ਰੀਜ਼ਨ ਇਹ 4 ਹੀ ਨੇ। ਚਲੋ ਇਹ ਤੁਸੀਂ ਦੱਸਤਾ ਵੀ ਕਿਸ ਤਰੀਕੇ ਨਾਲ ਆਪਾਂ ਕਰਨਾ, ਬਟ ਇਹ ਜੇ ਕੋਈ ਕਰਨਾ ਚਾਹ ਰਿਹਾ ਹੈ ਤੁਹਾਡੇ ਮੁਤਾਬਕ, ਹੁਣ ਸੁਣ ਲਿਆ ਬੰਦੇ ਨੇ, ਉਹ ਕਹਿੰਦਾ ਯਾਰ ਮੈਂ ਕਰਾਂਗਾ, ਮੈਂ ਪਹਿਲਾਂ ਸ਼ੁਰੂ ਕਰਦਾ ਵੀ ਮੈਂ ਜੋ ਡਾਕਟਰ ਸਾਹਿਬ ਕਹਿ ਰਹੇ ਨੇ ਮੈਂ ਉਹਦੇ ਮੁਤਾਬਕ ਕਰਾਂਗਾ, ਅਤੇ ਜਦੋਂ ਉਹ ਸ਼ੁਰੂ ਕਰਦਾ ਤਾਂ ਫਿਰ ਉਹਨੂੰ ਕੀ ਆਪਾਂ ਤਸੱਲੀ ਦਈਏ ਵੀ ਕਿੰਨੀ ਦੇਰ ਦੇ ਵਿੱਚ ਤੂੰ ਬਿਲਕੁਲ ਠੀਕ ਹੋ ਜਾਏਗਾ? ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ। ਮੇਰਾ ਨਾਮ ਹੈ ਕੁਲਵੰਤ ਸਿੰਘ। ਪਿਛਲੇ ਕੁਝ ਸਾਲਾਂ ਤੋਂ ਅਸੀਂ ਇਹ ਵਰਤਾਰਾ ਦੇਖ ਰਹੇ ਹਾਂ ਕਿ ਹਰ ਸਾਲ ਹਰ ਸੀਜ਼ਨ ਕੋਈ ਨਾ ਕੋਈ ਨਵੀਂ ਬਿਮਾਰੀ ਸਾਡੇ ਸਾਹਮਣੇ ਆ ਰਹੀ ਹੈ। ਚਾਹੇ ਉਹ H1N1 ਲੈ ਲਓ, ਚਾਹੇ ਤੁਸੀਂ ਹੁਣ ਮੌਜੂਦਾ ਸਮੇਂ ਕਰੋਨਾ ਵਾਇਰਸ ਲੈ ਲਓ, ਚਾਹੇ ਤੁਸੀਂ ਡੇਂਗੂ ਲੈ ਲਓ, ਚਾਹੇ ਤੁਸੀਂ ਅਲੱਗ-ਅਲੱਗ ਸਮੇਂ ਦੇ ਉੱਤੇ ਅਲੱਗ-ਅਲੱਗ ਬਿਮਾਰੀਆਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਅਤੇ ਹਰ ਵਾਰ ਉਹ ਇੱਕ ਮਹਾਮਾਰੀ ਦਾ ਰੂਪ ਲੈ ਕੇ ਜਿਹੜੀ ਹੈ ਉਹ ਧਾਰਨ ਕਰ ਲੈਂਦੀਆਂ ਨੇ। ਡੇਂਗੂ ਬੜੀ ਬੁਰੀ ਤਰ੍ਹਾਂ ਪਿਛਲੀ ਵਾਰ ਫੈਲਿਆ। H1N1 ਯਾਨੀ ਬਰਡ ਫਲੂ ਜਿਹੜਾ ਸੀਗਾ ਉਹ ਬੜੀ ਬੁਰੀ ਤਰ੍ਹਾਂ ਫੈਲਿਆ, ਬੜੀ ਦਹਿਸ਼ਤ ਫੈਲੀ। ਕਰੋਨਾ ਵਾਇਰਸ ਤੋਂ ਹੁਣ ਬੜੀ ਬੁਰੀ ਤਰ੍ਹਾਂ ਜਿਹੜੀ ਹੈ ਦਹਿਸ਼ਤ ਫੈਲ ਰਹੀ ਹੈ। ਇਸ ਵੇਲੇ ਜਿਹੜੇ ਆ ਉਹ ਵਿਸ਼ਵ ਦੇ ਵਿੱਚ ਲੱਖਾਂ ਲੋਕ ਆਪਣੀ ਜਾਨ ਗਵਾ ਚੁੱਕੇ ਨੇ, ਅਤੇ ਕਰੋੜਾਂ ਲੋਕ ਜਿਹੜੇ ਨੇ ਇਸ ਤੋਂ ਪ੍ਰਭਾਵਿਤ ਨੇ, ਅੱਜ ਵੀ ਹਸਪਤਾਲਾਂ 'ਚ ਪਏ ਨੇ। ਨਾਸਤਰੇਦਮਸ ਇੱਕ ਅਜਿਹੇ ਭਵਿੱਖ ਵਕਤਾ ਹੋਏ ਨੇ, ਜਿਹੜੇ ਭਵਿੱਖਬਾਣੀ ਕਰਨ ਵਾਲੇ ਹੋਏ ਨੇ, ਜਿਹਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਕੁਝ ਭਵਿੱਖਬਾਣੀਆਂ ਕੀਤੀਆਂ ਸੀ, ਜਿਹੜੀਆਂ ਕਿ ਅੱਜ ਸੱਚ ਹੋ ਰਹੀਆਂ ਨੇ, ਅੱਜ ਤੱਕ ਸੱਚ ਹੋ ਰਹੀਆਂ ਨੇ, ਅਤੇ ਉਸ ਤੋਂ ਵੀ ਕਈ ਸੌ ਸਾਲ ਪਹਿਲਾਂ ਅੱਗੇ ਤੱਕ ਦੀਆਂ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ ਹੋਈਆਂ ਨੇ। ਅਤੇ ਸਾਡੇ ਦਿਮਾਗ 'ਚ ਆਉਂਦਾ ਹੈ ਕਿ ਜੇ ਉਹ ਸੱਚ ਹੋਈਆਂ ਨੇ ਅਤੇ ਅਸੀਂ ਅੱਗੇ ਵਾਲੀਆਂ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ ਨੇ ਉਸ ਨੂੰ ਕਿਸੇ ਤਰੀਕੇ ਜਿਹੜਾ ਉਸ ਦੀ ਤਬਾਹੀ ਤੋਂ ਬਚਾਇਆ ਜਾ ਸਕੇ। ਪਰ ਦਿਮਾਗ 'ਚ ਨਾਲ ਨਾਲ ਇਹ ਵੀ ਆਉਂਦਾ ਹੈ ਕਿ ਕਾਸ਼ ਕੋਈ ਇਹੋ ਜਿਹਾ ਡਾਕਟਰ ਵੀ ਹੁੰਦਾ ਜਿਹੜਾ ਇਹਨਾਂ ਬਿਮਾਰੀਆਂ ਬਾਰੇ ਭਵਿੱਖਬਾਣੀ ਕਰ ਜਾਂਦਾ ਕਿ ਆਹ ਬਿਮਾਰੀ ਭਵਿੱਖ 'ਚ ਹੋਏਗੀ, ਆਹ ਕੁਛ ਜਿਹੜੀ ਆ ਤਬਾਹੀ ਮਚਣ ਵਾਲੀ ਹੈ, ਇਹਨੂੰ ਬਚ ਜਾਓ, ਇਹਦਾ ਆਹ ਇਲਾਜ ਹੈ। ਅਤੇ ਇਹੋ ਸਾਡਾ ਅੱਜ ਦਾ ਵਿਸ਼ਾ ਰਹੇਗਾ। ਅਤੇ ਸਾਡੇ ਨਾਲ ਮਹਿਮਾਨ ਰਹਿਣਗੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਵਰਿੰਦਰ ਸਿੰਘ ਭੁੱਲਰ, ਮੋਗਾ ਤੋਂ ਨੇ, ਵੈਲਨੈਸ ਸੈਂਟਰ ਚਲਾ ਰਹੇ ਨੇ ਆਪਣਾ। ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੋਈ ਡਾਕਟਰ ਅਜਿਹਾ ਹੋਇਆ ਜਿਹਨੇ ਕਿ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਹੋਵੇ ਵੀ ਆਹ ਬਿਮਾਰੀਆਂ ਆਉਣ ਵਾਲੀਆਂ ਨੇ, ਬਚਾਅ ਉਹਦਾ ਆਹ ਹੈ, ਆਹ ਉਹਦਾ ਤਰੀਕਾ ਹੈਗਾ। ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਵੀ ਜਿਹੜੇ ਆ ਉਸ ਨੂੰ ਨਕਾਰ ਰਹੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਨਿਊਜ਼ ਏਸ਼ੀਆ ਪੰਜਾਬੀ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਔਰ ਨਿਊਜ਼ ਏਸ਼ੀਆ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਨਾਸਤਰੇਦਮਸ ਦੀ ਗੱਲ ਕੀਤੀ ਹੈ, ਤੁਸੀਂ ਵੀ ਸੁਣਿਆ ਹੋਵੇਗਾ ਨਾਮ ਉਹਨਾਂ ਦਾ, ਬੜੇ ਫੇਮਸ ਹੈਗੇ ਨੇ। ਉਹਨਾਂ ਦੀਆਂ ਭਵਿੱਖਬਾਣੀਆਂ ਜਿਹੜੀਆਂ ਨੇ ਅੱਜ ਵੀ ਸੱਚ ਹੋ ਰਹੀਆਂ ਨੇ, ਅਤੇ ਹਲੇ ਵੀ ਕਈ ਸੌ ਸਾਲ ਤੱਕ ਦੀਆਂ ਉਹਨੇ ਭਵਿੱਖਬਾਣੀਆਂ ਕੀਤੀਆਂ ਨੇ ਵੀ ਕਦੋਂ ਕਦੋਂ ਕੀ ਹੋਣ ਵਾਲਾ। ਇਸੇ ਤਰ੍ਹਾਂ ਦਿਮਾਗ 'ਚ ਇਹ ਵੀ ਆਉਂਦਾ ਵੀ ਕਾਸ਼ ਕੋਈ ਡਾਕਟਰ ਵੀ ਅਜਿਹਾ ਆਉਂਦਾ। ਕੋਈ ਹੈ ਇਹੋ ਜਿਹਾ? ਹਾਂਜੀ, ਬਹੁਤ ਇਸ ਤਰ੍ਹਾਂ ਦੇ ਚਿਹਰੇ ਤਾਂ ਬਹੁਤ ਨੇ, ਲੇਕਿਨ ਇੱਕ ਅਮਰੀਕਾ ਦੇ ਬਹੁਤ ਅੱਛੇ ਸਾਇੰਟਿਸਟ ਹੋਏ ਨੇ ਡਾਕਟਰ ਲਾਇਨਸ ਪੌਲਿੰਗ। ਉਹਨਾਂ ਨੇ ਪਹਿਲੀ ਚੀਜ਼ ਹੈਗੀ ਕਿ ਉਹ ਪੂਰੇ ਦਾ ਪੂਰਾ ਜੀਵਨ ਹੀ ਉਹਨਾਂ ਨੇ ਖੋਜ ਦੇ ਉੱਪਰ ਕੱਢ ਦਿੱਤਾ, ਔਰ ਉਹਨਾਂ ਨੂੰ 2 ਵਾਰ ਨੋਬਲ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ UNO ਵੱਲੋਂ। ਪਹਿਲਾ ਨੋਬਲ ਪ੍ਰਾਈਜ਼ ਉਹਨਾਂ ਨੂੰ ਮਿਲਿਆ ਸੀ ਸੈਕਿੰਡ ਵਰਲਡ ਵਾਰ ਦੇ ਉੱਪਰ, ਕਿਉਂਕਿ ਉਹਨਾਂ ਨੇ ਸ਼ਾਂਤੀ ਦਾ ਮਤਲਬ ਜਿਹੜੀ ਸੈਕਿੰਡ ਵਰਲਡ ਵਾਰ ਸੀ ਉਹਨੂੰ ਬੰਦ ਕਰਵਾਉਣ ਦੇ ਵਿੱਚ ਉਹਨਾਂ ਦਾ ਰੋਲ ਉਹਨਾਂ ਨੇ ਨਿਭਾਇਆ।
ਇੱਕ ਦੂਤ ਦਾ ਕੰਮ ਕੀਤਾ ਉਹਨਾਂ ਨੇ। ਤਾਂ UN ਨੇ ਸ਼ਾਂਤੀ ਦਾ ਪੀਸ ਦਾ ਉਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤਾ। ਸੈਕਿੰਡ ਉਹਨਾਂ ਨੂੰ ਦਿੱਤਾ ਗਿਆ ਕੈਮਿਸਟਰੀ ਦੇ ਉੱਪਰ। ਉਹਨਾਂ ਨੇ ਹਿਊਮਨ ਬੋਡੀ ਦੇ ਉੱਪਰ 3500 ਪੇਜਸ ਦੇ ਨੀਅਰ ਅਬਾਊਟ ਸਟੇਟਮੈਂਟ ਤਿਆਰ ਕੀਤੀ ਸੀ, ਜਿਵੇਂ ਆਪਾਂ ਕਹਿ ਸਕਦੇ ਇੱਕ ਗ੍ਰੰਥ ਤਿਆਰ ਕਰ ਦਿੱਤਾ। ਔਰ 3500 ਪੇਜਸ ਨੂੰ ਲਾਸਟ ਦੇ ਵਿੱਚ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਹੀ ਪਾ ਦਿੱਤਾ। ਠੀਕ ਹੈ, ਉਹ ਕਹਿੰਦਾ ਵੀ ਮੈਂ ਪੂਰੇ ਸਰੀਰ ਦੀ ਖੋਜ ਕਰ ਲਈ ਔਰ ਬ੍ਰੇਨ ਤੋਂ ਲੈ ਕੇ ਪੈਰ ਦੀ ਤਲੀ ਤੱਕ ਜਿੰਨੀਆਂ ਵੀ ਕਹਿੰਦਾ ਰੋਗ ਨੇ ਉਹਨਾਂ ਦਾ ਜਿਹੜਾ ਇੱਕ ਨਿਚੋੜ ਉਹਨੇ ਲਾਈਨ ਲਿਖੀ। ਕਹਿੰਦਾ ਤੁਹਾਨੂੰ ਗ੍ਰੰਥ ਪੜ੍ਹਨ ਦੀ ਜ਼ਰੂਰਤ ਨਹੀਂ ਹੈ, ਇੱਕ ਨਿਚੋੜ ਨੂੰ ਸਮਝ ਲਓ, ਇਹ ਸਾਰੀ ਦੀ ਸਾਰੀ ਹੋਲ ਬਾਡੀ ਦਾ ਨਿਚੋੜ ਹੈ। ਉਹ ਕੀ ਸੀ ਉਹਨੇ ਜੋ ਆਪਣੀ ਸਟੇਟਮੈਂਟ 'ਚ ਲਿਖਿਆ, ਕਹਿੰਦਾ ਯੂ ਕੈਨ ਟਰੇਸ ਐਵਰੀ ਸਿਕਨੈਸ, ਐਵਰੀ ਡਿਜ਼ੀਜ਼ ਐਂਡ ਐਵਰੀ ਐਲੀਮੈਂਟ ਇਜ਼ ਏ ਮਿਨਰਲ ਡੈਫੀਸ਼ੈਂਸੀ। ਹਰ ਘਾਟ, ਕਮਜ਼ੋਰੀ, ਹਰ ਬਿਮਾਰੀ ਦਾ ਕਹਿੰਦਾ ਜਿਹੜਾ ਸਭ ਤੋਂ ਪਹਿਲਾ ਜਿਹੜਾ ਕਾਰਨ ਹੈ ਉਹ ਹੈ ਕਿਸੇ ਨਾ ਕਿਸੇ ਖਣਿਜ ਤੱਤ ਦੀ ਕਮੀ, ਨਾ ਕਿ ਕਿਸੇ ਇੰਜੈਕਸ਼ਨ ਦੀ ਕਮੀ, ਨਾ ਕਿ ਕਿਸੇ ਟੈਬਲੇਟ ਦੀ ਕਮੀ, ਨਾ ਕਿ ਕਿਸੇ ਕੈਪਸੂਲ ਦੀ ਕਮੀ। ਉਹ ਕਹਿੰਦਾ ਖਣਿਜ ਤੱਤ ਦੀ ਕਮੀ। ਪਰ ਖਣਿਜ ਤੱਤ ਤਾਂ ਅੰਦਰੋਂ ਬਣਦੇ ਨਹੀਂ ਹੈਗੇ, ਉਹ ਬਾਹਰੋਂ ਲੈਣੇ ਪੈਂਦੇ ਨੇ ਜੀ। ਖਣਿਜ ਤੱਤ ਦੇ ਨੈਚੁਰਲ ਸੋਰਸ ਨੇ ਸਾਰੇ ਦੇ ਸਾਰੇ। ਖਣਿਜ ਤੱਤ ਦੇ ਆਪਣੇ ਕੋਲ 4 ਸੋਰਸ ਨੇ, ਹਵਾ, ਪਾਣੀ, ਜ਼ਮੀਨ ਔਰ ਖਾਣਾ। ਇਹ 4 ਜਗ੍ਹਾ ਤੋਂ ਸਾਡੀ ਬਾਡੀ ਨੇ ਖਣਿਜ ਤੱਤ ਲੈਣੇ ਹੁੰਦੇ ਆ। ਠੀਕ ਹੈ, ਲੇਕਿਨ ਇਹਨਾਂ ਦਾ ਅੱਜ ਇੱਕ ਰੂਪ ਬਦਲ ਚੁੱਕਿਆ। ਹਵਾ ਪੋਲਿਊਟਡ, ਪਾਣੀ ਪੋਲਿਊਟਡ, ਜ਼ਮੀਨ ਬੰਜਰ ਪੈਸਟੀਸਾਈਡ ਫਰਟੀਲਾਈਜ਼ਰ ਦੇ ਚੱਕਰ 'ਚ, ਔਰ ਚੌਥਾ ਨੰਬਰ ਆ ਗਿਆ ਜਿਹੜਾ ਖਾਣਾ, ਉਹਦੇ 'ਚ ਨਿਊਟ੍ਰੀਸ਼ਨ ਡੈਫੀਸ਼ੈਂਸੀ, ਪੌਸ਼ਟਿਕ ਤੱਤਾਂ ਦੀ ਬਹੁਤ ਵੱਡੇ ਲੈਵਲ 'ਤੇ ਜਿਹੜੀ ਕਮੀ ਆ ਚੁੱਕੀ ਹੈ। ਮਿਲਾਵਟ ਲਗਾ ਲਓ, ਪ੍ਰਜ਼ਰਵੇਟਿਵ ਲਗਾ ਲਓ, ਪੈਕੇਜਿੰਗ ਫੂਡ ਲਗਾ ਲਓ, ਇਸ ਤਰ੍ਹਾਂ ਬਹੁਤ ਵੱਡੇ ਲੈਵਲ 'ਤੇ ਮਿਨਰਲਸ ਦੀ ਕਮੀ ਆ ਚੁੱਕੀ ਹੈਗੀ ਹੈ। ਤਾਂ ਇਹ ਜਿਹੜੇ ਬਾਡੀ ਨੂੰ ਚਾਹੀਦੇ ਨੇ ਉਹ ਆਇਨਿਕ ਫਾਰਮ 'ਚ ਚਾਹੀਦੇ, ਨੈਚੁਰਲ ਚਾਹੀਦੇ ਆ। ਠੀਕ ਹੈ, ਇਹ ਕਿਸੇ ਟੈਬਲੇਟ ਕੈਪਸੂਲ ਫਾਰਮ 'ਚ ਨਹੀਂ ਚਾਹੀਦੇ ਹੁੰਦੇ ਜਿਹਨੂੰ ਲੈਬ 'ਚ ਬਣਾਇਆ। ਮੈਂ ਦਰਸ਼ਕਾਂ ਨੂੰ ਇਹ ਦੱਸਦਾ ਕਿ ਆਇਨਿਕ ਫਾਰਮ ਜਿਹੜੀ ਆ ਉਹ ਫਾਰਮ ਹੁੰਦੀ ਹੈ ਕਿ ਜਿਹੜੀ ਆਪਣਾ ਸਰੀਰ ਦੇ ਅੰਦਰ ਕੋਈ ਵੀ ਚੀਜ਼ ਆਪਾਂ ਖਾਂਦੇ ਹਾਂ, ਸਰੀਰ ਦੇ ਵਿੱਚ ਜਿਹੜਾ ਸਰੀਰ ਜਦੋਂ ਉਸ ਨੂੰ ਜੂਸ ਕੱਢਦਾ, ਉਸ ਨੂੰ ਵਧਾਣੀ ਚਲਾ ਕੇ ਉਸ ਨੂੰ ਸਰੀਰ ਦੇ ਵਿੱਚ ਅਗਰ ਵਰਤੋਂ ਦੇ ਵਿੱਚ ਲਿਆਉਣ ਦੇ ਵਿੱਚ ਜਿਹੜੀ ਚੀਜ਼ ਜੂਸ ਜਿਹੜਾ ਬਣਦਾ ਉਹ ਆਇਨਿਕ ਫਾਰਮ ਹੁੰਦੀ ਹੈ, ਜਿਹੜੀ ਕਿ ਸਰੀਰ ਨੂੰ ਅੰਦਰ ਜਾ ਕੇ ਅੱਗੇ ਵਰਤੋਂ 'ਚ ਜਿਹੜਾ એનર્ਜੀ ਦੇ ਰੂਪ ਦੇ ਵਿੱਚ ਬਣਾਉਂਦਾ ਉਸ ਨੂੰ, ਉਹਨੂੰ ਆਇਨਿਕ ਫਾਰਮ ਕਹਿੰਦੇ ਨੇ। ਤੇ ਜਿਹੜੀ ਗੱਲ ਡਾਕਟਰ ਸਾਹਿਬ ਕਰ ਰਹੇ ਨੇ ਕਿ ਉਹ ਪਹਿਲਾਂ ਹੀ ਆਇਨਿਕ ਫਾਰਮ ਦੇ ਵਿੱਚ ਬਣ ਕੇ ਆਉਂਦਾ। ਠੀਕ ਹੈ ਜੀ ਜੀ। ਤਾਂ ਮਿਨਰਲਸ ਨੂੰ ਔਰ ਆਇਨਿਕ ਫਾਰਮ ਦੇ ਵਿੱਚ ਮਿਨਰਲਸ ਬਾਡੀ ਲੈਂਦੀ ਆ। ਜਦੋਂ ਤੁਸੀਂ ਫਰੂਟਸ ਲੈਂਦੇ ਹੋ, ਵੈਜੀਟੇਬਲਸ ਲੈਂਦੇ ਹੋ, ਆਪਣਾ ਨੈਚੁਰਲ ਮੀਲ ਲੈਂਦੇ ਹੋ, ਖਾਣਾ ਲੈਂਦੇ ਹੋ, ਤਾਂ ਉਹ ਜਦੋਂ ਅੰਦਰ ਬਲਣ ਕਿਰਿਆ ਹੁੰਦੀ ਉਹਦੀ ਜਾ ਕੇ ਜਠਰਾਗਨੀ ਜਿਹਨੂੰ ਕਹਿੰਦੇ ਆ ਉਹ ਕੰਮ ਕਰਦੀ ਹੈ। ਤਾਂ ਉਹਦਾ ਜਿਹੜਾ ਐਂਡ ਪ੍ਰੋਡਕਟ ਬਣਦਾ ਉਹ ਆਇਨਿਕ ਹੁੰਦਾ, ਜਿਹੜਾ ਡਾਇਰੈਕਟਲੀ ਸੈੱਲ ਦੀ ਮੈਂਬਰਨ ਦੇ ਵਿੱਚ ਐਂਟਰ ਕਰ ਸਕਦਾ। ਜਿਹੜਾ ਸਿੱਧਾ, ਇਹਨੂੰ ਸਿੰਪਲ ਭਾਸ਼ਾ ਸਮਝਣਾ ਹੋਵੇ ਤਾਂ ਸਿੱਧਾ ਸੈੱਲ ਦੀ ਖੁਰਾਕ ਬਣ ਜਾਂਦਾ। ਉਸ ਤੋਂ ਬਾਅਦ ਜੇ ਅਸੀਂ 4 ਰੋਟੀਆਂ ਖਾ ਰਹੇ ਹੋ ਉਹਦੇ ਵਿੱਚੋਂ ਜੋ ਦੀ ਬਲਣ ਕਿਰਿਆ ਹੋਣੀ ਹੈ ਜਠਰਾਗਨੀ ਦੇ ਥਰੂ, ਤਾਂ ਐਟ ਦਾ ਐਂਡ ਉੱਥੇ ਜਿਹੜਾ ਜੂਸ ਬਣਨਾ ਹੈ ਜਿੰਨੇ ਡਾਇਰੈਕਟ ਜਾ ਕੇ ਸੈੱਲ ਦੀ ਖੁਰਾਕ ਦੇ ਦਾ ਰੋਲ ਨਿਭਾਉਣਾ ਹੁੰਦਾ, ਉਹਨੂੰ ਆਇਨਿਕ ਕਹਿੰਦੇ ਹੈਗੇ ਆ। ਤਾਂ ਡਾਕਟਰ ਲਾਇਨਸ ਪੌਲਿੰਗ ਨੇ ਵੀ ਇਹ ਚੀਜ਼ ਕਹੀ ਸੀ, ਕਹਿੰਦਾ ਕਿ ਅਗਰ ਮਿਨਰਲਸ ਨੂੰ ਤੁਸੀਂ ਆਇਨਿਕ ਫਾਰਮ ਦੇ ਵਿੱਚ ਇਨਟੇਕ ਕਰਦੇ ਹੋ ਤਾਂ ਤੁਹਾਡੀ ਬਾਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਬੈਕਟੀਰੀਆ, ਵਾਇਰਸਸ, ਇੱਕ ਨੇਚਰ ਦਾ ਆਦਾਨ ਪ੍ਰਦਾਨ ਹੈ ਦਾ ਇੱਕ ਤਰੀਕਾ ਹੈ। ਠੀਕ ਹੈ, ਉਹ ਆਉਂਦੇ ਜਾਂਦੇ ਰਹਿਣਗੇ, ਲੇਕਿਨ ਉਹਦੇ ਨਾਲ ਤੁਹਾਡੀ ਬਾਡੀ ਦੀ ਇਮਿਊਨਿਟੀ, ਉਹ ਤੁਹਾਡੇ ਸੈੱਲ ਦੀ ਇਮਿਊਨਿਟੀ, ਤੁਹਾਡੀ ਬਾਡੀ ਦਾ ਔਰਾ ਉਹ ਸਟਰੋਂਗ ਰਹੇਗਾ ਮਿਨਰਲਸ ਦੇ ਨਾਲ। ਤਾਂ ਇਸ ਕਰਕੇ ਮਿਨਰਲਸ ਕਹਿੰਦਾ ਆਪਣੀ ਬਾਡੀ ਦੇ ਵਿੱਚ ਅਗਰ ਤੁਸੀਂ ਕੰਪਲੀਟ ਰੱਖੇ ਹੋਏ ਨੇ ਤਾਂ ਕੋਈ ਵੀ ਤਰ੍ਹਾਂ ਦੀ ਰੋਗ, ਬਿਮਾਰੀ, ਇਨਫੈਕਸ਼ਨ, ਬੈਕਟੀਰੀਆ ਆਣਗੇ ਤਾਂ ਸਹੀ ਮੌਸਮ ਦੇ ਹਿਸਾਬ ਨਾਲ, ਸਮੇਂ ਦੇ ਹਿਸਾਬ ਨਾਲ, ਲੇਕਿਨ ਉਹ ਤੁਹਾਡੀ ਬਾਡੀ ਦਾ ਡੈਮੇਜ ਨਹੀਂ ਕਰ ਪਾਉਣਗੇ। ਸੋ ਇਹ ਡਾਕਟਰ ਲਾਇਨਸ ਪੌਲਿੰਗ ਨੇ ਉਹਦੇ ਵਿੱਚ ਕਿਹਾ ਸੀ। ਪਲੱਸ ਉਸ ਤੋਂ ਬਾਅਦ ਉਹਨਾਂ ਨੇ ਵਿਸ਼ਵ ਦੇ ਵਿੱਚ 4 ਰੀਜ਼ਨ ਜਿਹੜੇ ਸੀ ਉਹ ਇੰਟਰੋਡਿਊਸ ਕਰਵਾਏ ਸੀ। ਹੋਲ ਵਰਲਡ, ਪੂਰੀ ਦੁਨੀਆ ਦੇ ਵਿੱਚ 4 ਕਾਰਨਾਂ ਨੂੰ ਉਹਨਾਂ ਨੇ ਆਪਣੀ ਸਟੇਟਮੈਂਟ 'ਚ ਇੰਟਰੋਡਿਊਸ ਕਰਵਾਇਆ ਸੀ। ਉਹ ਜਿਹੜੀ ਬਿਮਾਰ ਹੋਣ ਦੇ ਜਿਹੜੇ 4 ਕਾਰਨ ਸੀ ਉਹ ਵਿਸ਼ਵ ਨੂੰ ਦੱਸੇ ਸੀ। ਉਹ ਸਭ ਤੋਂ ਪਹਿਲਾ ਕਾਰਨ ਜਿਹੜਾ ਉਹਨਾਂ ਨੇ ਆਪਣੇ ਗ੍ਰੰਥ ਦੇ ਵਿੱਚ ਲਿਖਿਆ ਸੀ ਉਹ ਸੀ ਟੌਕਸਿਨ। ਉਹ ਵਿਜਾਤੀਅਤ, ਉਹ ਜੀਵਾਣੂ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਜ਼ਰੂਰਤ ਹੀ ਨਹੀਂ ਹੈ, ਪਰ ਜਾਣੇ ਤੇ ਅਣਜਾਣੇ ਦੋਨੇ ਰੂਪ 'ਚ ਅਸੀਂ ਇਨਟੇਕ ਕਰ ਰਹੇ। ਅਣਜਾਣੇ ਦਾ ਮਤਲਬ ਆ ਗਿਆ ਅਗਰ ਹਵਾ ਦੇ ਵਿੱਚ ਟੌਕਸਿਨ ਹੈ, ਉੱਥੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ, ਤਾਂ ਉਹ ਤੁਸੀਂ ਸਾਹ ਤਾਂ ਲੈਣਾ ਸਾਡੀ ਮਜਬੂਰੀ ਹੈ, ਤਾਂ ਉਹ ਅਣਜਾਣੇ ਰੂਪ 'ਚ ਚਲੇ ਗਏ। ਲੇਕਿਨ ਕੋਈ ਇਸ ਤਰ੍ਹਾਂ ਦਾ ਅਸੀਂ ਇਨਟੇਕ ਕਰ ਰਹੇ ਹਾਂ ਵਾਇਆ ਫੂਡ ਜਿਹਦੇ ਸਾਨੂੰ ਪਤਾ ਹੈ। ਠੀਕ ਹੈ, ਜਿਵੇਂ ਕੋਕ ਦਾ pH 2 ਹੁੰਦਾ ਹੈ। ਠੀਕ ਹੈ, ਕੋਲਡ ਡਰਿੰਕ, ਕੋਈ ਵੀ ਸੌਫਟ ਡਰਿੰਕ ਆਪਾਂ ਪੀਂਦੇ ਉਹਦਾ pH 2 ਹੁੰਦਾ, ਜਿਹੜਾ ਜਿਹਦੇ ਨਾਲ ਬਾਡੀ ਦਾ pH ਘਟ ਜਾਂਦਾ ਹੈ, ਆਕਸੀਜਨ ਲੈਵਲ ਲੋ ਆ ਜਾਂਦਾ ਹੈ। ਇਹ ਸਾਰੀਆਂ ਐਸਿਡਿਕ ਫੂਡ ਨੇ, ਜਿੰਨੇ ਵੀ ਐਸਿਡਿਕ ਫੂਡ ਨੇ ਉਹ ਟੌਕਸਿਨ ਦਾ ਕੰਮ ਕਰਦੇ ਨੇ ਬਾਡੀ ਦੇ ਵਿੱਚ।
ਠੀਕ ਹੈ, ਚਾਹੇ ਉਹ ਫਾਸਟ ਫੂਡ ਆ ਟੌਕਸਿਨ ਦਾ ਕੰਮ ਕਰਦੇ ਨੇ, ਮਿਲਾਵਟੀ ਚੀਜ਼ਾਂ ਟੌਕਸਿਨ ਦਾ ਕੰਮ ਕਰਦੇ ਨੇ, ਪ੍ਰਜ਼ਰਵ ਕੀਤੇ ਗਏ ਪ੍ਰਜ਼ਰਵੇਟਿਵ ਜਿਨ੍ਹਾਂ ਨੂੰ ਲੱਗੇ ਹੋਏ ਨੇ ਉਹ ਟੌਕਸਿਨ ਦਾ ਕੰਮ ਕਰਦੇ ਨੇ। ਤੇ ਸਾਰੀਆਂ ਚੀਜ਼ਾਂ ਇਹ ਹੁਣ ਹੈਗੀਆਂ ਨੇ ਜਾਣਬੁੱਝ ਕੇ ਲੈਣ ਵਾਲੀਆਂ, ਜਾਣੇ ਤੇ ਅਣਜਾਣੇ ਦੋਨੇ ਰੂਪ 'ਚ ਕਹਿੰਦਾ ਟੌਕਸਿਨ ਅੰਦਰ ਜਾ ਰਹੇ ਨੇ। ਹਾਂ, ਲੇਕਿਨ ਉਹਨੇ ਵਿਸ਼ਵ ਨੂੰ ਇਹ ਸਮਝਾਇਆ ਕਿ ਇਹ 4 ਕਾਰਨ ਨੇ ਜਿਹੜੇ, ਜਿਸ 'ਚ ਸਭ ਤੋਂ ਪਹਿਲਾਂ ਟੌਕਸਿਨ, ਦੂਸਰਾ ਇਲੈਕਟ੍ਰੋਮੈਗਨੈਟਿਕ ਕਿਓਜ਼ ਮਤਲਬ ਤਰੰਗਾਂ ਵਾਲੀਆਂ ਚੀਜ਼ਾਂ, ਤਰੰਗਾਂ ਵਾਲੀਆਂ ਡਿਵਾਈਸ ਉਹ ਸਾਡੀ ਹਿਊਮਨ ਬੋਡੀ ਨੂੰ ਹਮੇਸ਼ਾ ਡਿਸਟਰਬ ਕਰਨਗੀਆਂ। ਤੀਸਰੇ ਨੰਬਰ 'ਤੇ ਉਹਨੇ ਦੱਸਿਆ ਕਿ ਸਟ੍ਰੈਸ ਵਿਸ਼ਵ ਦੇ ਅੰਦਰ ਮਾਨਸਿਕ ਤਣਾਅ ਜਿੰਨਾ ਵਿਸ਼ਵ 'ਚ ਵਧੇਗਾ ਇਹ ਤੀਸਰਾ ਕਾਰਨ ਹੋਏਗਾ ਬਿਮਾਰ ਹੋਣ ਦਾ। ਔਰ ਚੌਥੇ ਨੰਬਰ 'ਤੇ ਨਿਊਟ੍ਰੀਸ਼ਨ ਡੈਫੀਸ਼ੀਐਂਸੀ, ਸਾਡੇ ਖਾਣ ਵਾਲੀਆਂ ਚੀਜ਼ਾਂ 'ਚ ਪੌਸ਼ਟਿਕ ਤੱਤਾਂ ਦੀ ਜਿਹੜੀ ਕਮੀ। ਉਹਨੇ ਵਿਸ਼ਵ ਨੂੰ ਇਹ ਦੱਸਿਆ ਕਿ ਇਹ 4 ਮੁੱਖ ਚੀਜ਼ਾਂ ਦੀ 4 ਮੁੱਖ ਕਾਰਨਾਂ ਕਰਕੇ ਹੀ ਹਰ ਇਨਸਾਨ ਰੋਗੀ ਹੋ ਰਿਹਾ ਹੈ ਤੇ ਇਨ ਫਿਊਚਰ ਰੋਗੀ ਹੋਵੇਗਾ। ਅੱਜ ਜਿੰਨੇ ਵੀ ਅਸੀਂ ਹੌਸਪੀਟਲਾਈਜ਼ ਹੋ ਰਹੇ ਹਾਂ ਜਾਂ ਕਰੋਨਿਕਲ ਬਿਮਾਰੀਆਂ ਦੇ ਵਿੱਚ ਜਾ ਰਹੇ ਹਾਂ, ਉਹਦੇ ਪਿੱਛੇ ਨਾ 4 ਦੇ ਜਾਂ ਤਾਂ ਕਈ ਕੁਛ ਬੋਡੀ ਦੇ 4 ਦੇ ਕਾਰਨ ਕਰਕੇ ਬੋਡੀ ਬਿਮਾਰ ਹੈ, ਜਾਂ 4 ਦੇ ਵਿੱਚੋਂ ਕਿਸੇ ਨੇ ਇੱਕ ਨਾ ਇੱਕ ਕਰਕੇ ਅਸੀਂ ਬਿਮਾਰ ਹੈਗੇ, ਲੇਕਿਨ ਰੀਜ਼ਨ ਇਹ 4 ਹੀ ਨੇ ਰੋਗੀ ਹੋਣ ਦੇ। ਤਾਂ ਜਿਹਦੇ 'ਚ ਟੌਕਸਿਨ ਦੀ ਮੈਂ ਗੱਲ ਕਰ ਰਿਹਾ, ਜਾਣੇ ਅਣਜਾਣੇ ਰੂਪ 'ਚ ਅਸੀਂ ਟੌਕਸਿਨ ਟੇਕ ਕਰ ਰਹੇ ਹੈਗੇ ਹਾਂ, ਠੀਕ ਹੈ। ਦੂਸਰੇ ਨੰਬਰ 'ਤੇ ਇਲੈਕਟ੍ਰੋਮੈਗਨੈਟਿਕ ਕਿਓਜ਼, ਸਾਡਾ ਜੀਵਨ ਸ਼ੈਲੀ ਇਸ ਤਰੀਕੇ ਨਾਲ ਡਿਜ਼ਾਈਨ ਹੋ ਗਈ ਹੈ, ਅਸੀਂ ਘਰੇ ਬੈਠਦੇ ਹਾਂ ਤਾਂ ਅਗਰ ਗਰਮੀ ਹੈ ਤਾਂ ਏਸੀ ਹਾਲ ਰੂਮ 'ਚ ਬੈਠਦੇ ਹੈਗੇ ਆ, ਮੋਬਾਈਲ ਸਾਡੇ ਪਾਕਟ ਦੇ ਵਿੱਚ ਹੈਗਾ, ਸਾਹਮਣੇ LED ਚੱਲ ਰਹੀ ਹੈਗੀ ਆ, ਬੱਚੇ ਵੀ ਮੋਬਾਈਲ ਨਾਲ ਖੇਡ ਰਹੇ ਨੇ, ਹਰ ਇਲੈਕਟ੍ਰੋਨਿਕ ਡਿਵਾਈਸ ਇਹ ਸਾਰੀਆਂ ਆਪਣੇ ਆਪ ਦੇ ਵਿੱਚ ਰੇਡੀਏਸ਼ਨ ਪ੍ਰੋਡਿਊਸ ਕਰਦੀਆਂ ਨੇ, ਠੀਕ ਆ। ਔਰ ਜਿਹੜੀ ਹਿਊਮਨ ਬੋਡੀ ਹੈ, ਸਾਡੀ ਜਿਹੜੀ ਬੋਡੀ ਦੀ ਬਾਇਓਇਲੈਕਟ੍ਰਿਕ ਹੈਲਥ ਹੈ ਉਹ ਡਿਸਟਰਬ ਹੋ ਜਾਂਦੀ ਹੈ। ਬਾਇਓਇਲੈਕਟ੍ਰਿਕ ਹੈਲਥ ਕਿਹੜੀ ਹੁੰਦੀ ਹੈ? ਬ੍ਰੇਨ ਸਾਡੀ ਹੋਲ ਬੋਡੀ ਨੂੰ ਕਮਾਂਡ ਕਰਦਾ ਹੈ। ਬ੍ਰੇਨ ਦੇ ਸੈੱਲ 470 ਮਿਲੀਵੋਲਟ ਕਰੰਟ ਬਣਾਉਂਦੇ ਨੇ, ਅਦਰ ਬੋਡੀ ਦੇ 70 ਤੋਂ 90 ਮਿਲੀਵੋਲਟ। ਅੱਛਾ, ਉਹਨਾਂ ਦੀ ਫ੍ਰੀਕੁਐਂਸੀ ਜਦੋਂ ਮੈਚ ਕਰਦੀ ਆ ਉਦੋਂ ਹੀ ਬ੍ਰੇਨ ਦੀ ਕਮਾਂਡਸ ਹੋਲ ਬੋਡੀ ਨੂੰ ਜਾਂਦੀ ਹੈ। ਜਦੋਂ ਅਸੀਂ ਰੇਡੀਏਸ਼ਨ ਦੇ ਵਿੱਚ ਬੋਡੀ ਨੂੰ ਰੱਖਦੇ ਹਾਂ ਤਾਂ ਸਾਡੇ ਸੈੱਲਸ ਦੀ ਜਿਹੜੀ ਫ੍ਰੀਕੁਐਂਸੀ ਹੈ ਬ੍ਰੇਨ ਤੋਂ ਕਮਾਂਡ ਜਿਹੜੀ ਜਾਣੀ ਆ ਉਹ ਡਿਸਟਰਬ ਹੋ ਜਾਂਦੀ ਹੈ। ਇਹਨੂੰ ਮੈਂ ਸਿੰਪਲ ਕਰ ਦਿੰਦਾ, ਆਪਾਂ ਪਹਿਲਾਂ ਰੇਡੀਓ ਚਲਾਉਂਦੇ ਹੁੰਦੇ ਸੀ ਘਰਾਂ ਦੇ ਵਿੱਚ, ਧਾਗੇ ਵਾਲੇ ਰੇਡੀਓ ਹੁੰਦੇ ਸੀ, ਉਹਦਾ ਆਪਾਂ ਬਟਨ ਘੁਮਾਉਂਦੇ ਸੀ ਤਾਂ ਜਿੱਥੇ ਧਾਗਾ ਪਹਿਲਾਂ ਮੈਚ ਕਰ ਜਾਂਦਾ ਸੀ ਤਾਂ ਉੱਥੇ ਆਵਾਜ਼ ਕਲੀਅਰ ਹੋ ਜਾਂਦੀ ਸੀ। ਉਹਨੂੰ ਉਹ ਮੀਨਸ ਫ੍ਰੀਕੁਐਂਸੀ ਲੈ ਲਈ ਉਹਨੇ ਆਪਣੀ, ਜਿੰਨੀ ਸੈਟੇਲਾਈਟ ਨਾਲ ਫ੍ਰੀਕੁਐਂਸੀ ਮੈਚ। ਸੇਮ ਹੈ ਬੋਡੀ ਦੀ ਕਮਾਂਡ ਵੀ ਉਸੇ ਤਰ੍ਹਾਂ ਹੀ ਹੈ। ਬ੍ਰੇਨ ਜੋ ਕਮਾਂਡ ਦੇਗਾ ਨੀਚੇ ਵਾਲੇ ਬੋਡੀ ਦੇ ਪਾਰਟ ਉਹਨੂੰ ਤਾਂ ਲੈ ਪਾਉਣਗੇ ਜੇ ਉਹਦੀ ਫ੍ਰੀਕੁਐਂਸੀ ਮੈਚ ਕਰੇਗੀ। ਜੇ ਫ੍ਰੀਕੁਐਂਸੀ ਨਹੀਂ ਮੈਚ ਕਰੇਗੀ ਤਾਂ ਕਮਾਂਡ ਨਹੀਂ ਲੈ ਪਾਏਗਾ। ਤਾਂ ਹੁਣ ਉੱਥੇ ਜਿੰਨੇ ਵੀ ਇਲੈਕਟ੍ਰੋਮੈਗਨੈਟਿਕ ਕਿਓਜ਼ ਨੇ, ਡਿਵਾਈਸ ਨੇ, ਉਹਨਾਂ ਦੇ ਨਾਲ ਸਾਡੀ ਬੋਡੀ ਦੀ ਜਿਹੜੀ ਸੈੱਲ ਦੀ ਫ੍ਰੀਕੁਐਂਸੀ ਆ ਉਹ ਡਿਸਟਰਬ ਹੋ ਜਾਂਦੀ। ਜਾਂ ਸੈੱਲ ਪਾਗਲ ਹੋ ਜਾਂਦੇ ਜਾਂ ਮਰ ਜਾਂਦੇ ਨੇ। ਤੁਸੀਂ ਕਈ ਵਾਰੀ ਨੋਟ ਕੀਤਾ ਹੋਏਗਾ, ਤੁਸੀਂ 10 ਮਿੰਟ ਤੋਂ ਬਾਅਦ ਕੰਨ ਨੂੰ ਫੋਨ ਲਗਾ ਲਓ, ਤੁਹਾਡੀ ਜਿਹੜੀ ਕਾਲ ਹੈ ਲੰਬੀ ਚਲੇਗੀ। ਤੁਸੀਂ ਕਿੱਥੇ ਖੜ੍ਹ ਕੇ ਗੱਲ ਕਰ ਰਹੇ ਹੋ ਤੇ ਕਿੱਥੇ ਫਿਨਿਸ਼ ਕਰ ਰਹੇ ਹੋ, ਜ਼ਮੀਨ ਅਸਮਾਨ ਦਾ ਅੰਤਰ ਆ ਜਾਏਗਾ। ਤੁਹਾਨੂੰ ਪਤਾ ਮੈਂ ਇੱਧਰ ਆ ਗਿਆ ਗੱਲ ਕਰਦਾ ਕਰਦਾ। ਕਈ ਵਾਰੀ ਬੰਦਾ ਗੱਲ ਕਰਦਾ, ਔਰ ਕਈ ਵਾਰੀ ਲੋਕ ਆਪਣੇ ਛੱਤ ਦੇ ਉੱਪਰ ਡਿੱਗ ਵੀ ਜਾਂਦੇ ਨੇ, ਐਕਸੀਡੈਂਟ ਵੀ ਕਰਾ ਲੈਂਦੇ ਹੋ। ਰੀਜ਼ਨ ਹੈ ਕਿ ਜਿਹੜੇ ਸਾਡੇ ਸੈੱਲਸ ਨੇ ਉਹਨਾਂ ਦੇ ਅੰਦਰ ਜਿਹੜੀ ਸੈਂਸ ਹੈ ਉਹ ਖਤਮ ਹੋ ਜਾਂਦੀ ਹੈ ਰੇਡੀਏਸ਼ਨ ਦੇ ਅੰਦਰ ਜ਼ਿਆਦਾ ਟਾਈਮ ਰਹਿਣ ਦੇ ਨਾਲ। ਸੋ ਇਹ ਦੂਸਰਾ ਕਾਰਨ ਉਹਨਾਂ ਦੱਸਿਆ ਸੀ। ਔਰ ਚਾਹੇ ਕਿਸੇ ਦੇ ਘਰ ਦੇ ਉੱਪਰ 1100 ਵੋਲਟ ਗੁਜ਼ਰ ਰਹੀ ਹੈ, 440 ਵੋਲਟ ਗੁਜ਼ਰ ਰਹੀ ਹੈ, ਉਹ ਵੀ ਰੇਡੀਏਸ਼ਨ, ਉਹਦੀ ਵੀ ਫ੍ਰੀਕੁਐਂਸੀ ਹੈ, ਉਹ ਵੀ ਸਾਡੀ ਬਾਇਓਇਲੈਕਟ੍ਰਿਕ ਹੈਲਥ ਨੂੰ ਡਿਸਟਰਬ ਕਰਦੀ ਹੈਗੀ ਹੈ। ਇਹ ਦੂਸਰਾ ਕਾਰਨ ਡਾਕਟਰ ਲਾਇਨਸ ਪੌਲ ਨੇ ਦੱਸਿਆ। ਤੀਸਰਾ ਸਟ੍ਰੈਸ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤਣਾਅ ਹੈ। ਸਟ੍ਰੈਸ ਦਾ ਕੰਮ ਕੀ ਹੈ? ਜਿਵੇਂ ਸਟ੍ਰੈਸ ਤੁਹਾਡੀ ਬੋਡੀ 'ਚ ਵੱਧ ਗਈ, ਐਨਜ਼ਾਈਟੀ ਜਿਵੇਂ ਹੀ ਬੋਡੀ 'ਚ ਵੱਧ ਗਈ, ਸਾਡੇ ਬੋਡੀ 'ਚ ਆਕਸੀਜਨ ਘਟ ਗਈ, ਠੀਕ ਹੈ। ਕਰੋਨਾ ਕਾਲ 'ਚ ਕੀ ਹੋ ਰਿਹਾ? ਜਿੰਨੀ ਜ਼ਿਆਦਾ ਡਰ ਅਤੇ ਚਿੰਤਾ ਵੱਧ ਪੈਦਾ ਹੋ ਰਹੀ ਹੈ, ਸਾਡੀ ਬੋਡੀ ਦੇ ਅੰਦਰ ਆਕਸੀਜਨ ਲੈਵਲ ਘਟ ਰਿਹਾ, ਠੀਕ ਹੈ। ਤਾਂ ਉਹ ਸੇਮ ਚੀਜ਼ ਹੈ। ਤਾਂ ਸਟ੍ਰੈਸ ਦੇ ਵਿੱਚ ਵੀ, ਚਿੰਤਾ ਦੇ ਵਿੱਚ ਵੀ ਸਾਡੀ ਬੋਡੀ 'ਚ ਆਕਸੀਜਨ ਲੈਵਲ ਘਟ ਜਾਂਦਾ ਹੈ। ਔਰ ਸਟ੍ਰੈਸ ਦੀ ਦੂਸਰੀ ਜਿਹੜੀ ਰਿਐਕਸ਼ਨ ਹੈ ਉਹ ਇਹ ਹੈ ਕਿ ਸਟ੍ਰੈਸ ਤੁਹਾਡੇ ਬੋਡੀ ਦੀ ਉਸ ਅੰਗ 'ਤੇ ਅਟੈਕ ਕਰ ਦਿੰਦੀ ਹੈ ਜਿਹੜਾ ਅੰਗ ਉਸ ਮੌਕੇ 'ਤੇ ਵੀਕ ਚੱਲ ਰਿਹਾ। ਉਹ ਕਿਸੇ ਦੀ ਪੈਨਕ੍ਰੀਆ ਹੋ ਸਕਦੀ ਤਾਂ ਉਹ ਡਾਇਬਟਿਕ ਹੋ ਜਾਏਗਾ, ਕਿਸੇ ਦਾ ਹਾਰਟ ਵੀਕ ਚੱਲ ਰਿਹਾ ਤਾਂ ਉਹ ਹਾਰਟ ਪੇਸ਼ੈਂਟ ਹੋ ਜਾਏਗਾ, ਕਿਸੇ ਦੀ ਕਿਡਨੀ ਵੀਕ ਚੱਲ ਰਹੀ ਹੈ ਤਾਂ ਕਿਡਨੀ ਫੇਲੀਅਰ ਹੋ ਜਾਏਗਾ, ਠੀਕ ਹੈ। ਕਿਸੇ ਦੀ ਡਾਈਜੈਸਟਿਵ ਸਿਸਟਮ ਵੀਕ ਚੱਲ ਰਿਹਾ ਤਾਂ ਉਹਨੂੰ ਕੌਨਸਟੀਪੇਸ਼ਨ ਰਹਿਣ ਲੱਗ ਪਏਗੀ। ਕਿਸੇ ਦਾ ਲੀਵਰ ਵੀਕ ਚੱਲ ਰਿਹਾ ਹੈ ਤਾਂ ਉਹਦਾ ਲੀਵਰ ਫੈਟੀ ਹੋ ਜਾਏਗਾ, ਲੀਵਰ 'ਚ ਗਰਮੀ ਆ ਜਾਏਗੀ ਚਿੰਤਾ ਦੇ ਨਾਲ। ਇਹ ਵੈਰੀ ਕਰ ਜਾਂਦਾ ਬੋਡੀ ਟੂ ਬੋਡੀ, ਲੇਕਿਨ ਸਟ੍ਰੈਸ ਨੇ ਤੁਹਾਡੀ ਬੋਡੀ ਦਾ ਉਹ ਹਿੱਸਾ ਫੜਨਾ। ਅੱਛਾ, ਜਿਹਦਾ ਨਰਵਸ ਤੰਤਰ ਵੀਕ ਉਹਨੂੰ ਪੈਰਾਲਾਈਜ਼ ਹੋ ਜਾਂਦਾ ਚਿੰਤਾ 'ਚ, ਸਟ੍ਰੈਸ ਦੇ ਵਿੱਚ। ਇਹ ਵੈਰੀ ਕਰਦਾ ਬੋਡੀ ਟੂ ਬੋਡੀ, ਲੇਕਿਨ ਸਟ੍ਰੈਸ ਨੇ ਅਟੈਕ ਕਰ ਦੇਣਾ ਹੁੰਦਾ। ਇਹ ਤੀਸਰਾ ਕਾਰਨ ਦੱਸਿਆ ਸੀ ਡਾਕਟਰ ਲਾਇਨਸ ਪੌਲ ਨੇ ਆਪਣੇ ਗ੍ਰੰਥ ਦੇ ਵਿੱਚ। ਚੌਥਾ, ਉਹਨੇ ਵਿਸ਼ਵ ਨੂੰ ਸਮਝਾਇਆ ਕਿ ਪੂਰੇ ਵਿਸ਼ਵ ਦੇ ਅੰਦਰ ਮਾਲ ਨਿਊਟ੍ਰੀਸ਼ਨ, ਵਿਟਾਮਿਨ B12, ਜਿਹੜੇ ਸਾਨੂੰ ਜ਼ਰੂਰੀ ਇਸੈਂਸ਼ੀਅਲ ਮਿਨਰਲਸ, ਵਿਟਾਮਿਨ, ਪ੍ਰੋਟੀਨ,
ਇਹਨਾਂ ਦੀ ਜੇ ਕਮੀ ਲਗਾਤਾਰ ਚੱਲਦੀ ਰਹੀ ਤਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋਣਗੇ। ਤਾਂ ਈਵਨ ਆਪਣੇ ਦੇਸ਼ ਦੇ ਵਿੱਚ ਵੀ ਅੱਜ ਵੀ ਬਹੁਤ ਸਾਰੀ ਪਾਪੂਲੇਸ਼ਨ ਕੁਪੋਸ਼ਣ ਦਾ ਸ਼ਿਕਾਰ ਹੈ, ਜਿਨ੍ਹਾਂ ਨੂੰ ਅਸੀਂ ਬਿਮਾਰੀ ਸਮਝਦੇ ਹੈਗੇ। ਠੀਕ ਹੈ, ਤਾਂ ਉਹ ਜਿਹੜੀ ਕੁਪੋਸ਼ਣ ਦੇ ਸ਼ਿਕਾਰ ਨੂੰ ਉਹਨੇ ਵਿਸ਼ਵ ਨੂੰ ਇਹ ਚੀਜ਼ ਸਮਝਾਈ ਕਿ ਇਹ ਚੌਥਾ ਰੀਜ਼ਨ ਰਹੇਗਾ। ਅਗਰ ਸਾਡੇ ਜ਼ਮੀਨ ਦੇ ਵਿੱਚ ਤੱਤ ਨਹੀਂ ਮੌਜੂਦ ਹੋਣਗੇ ਜਿਸ 'ਚੋਂ ਅਸੀਂ ਫਸਲ ਲੈਣੀ ਹੈ, ਜਿਸ 'ਚੋਂ ਸਬਜ਼ੀ ਲੈਣੀ ਹੈ, ਜਿਸ 'ਚੋਂ ਫਰੂਟ ਲੈਣਾ ਹੈ, ਤਾਂ ਅਲਟੀਮੇਟ ਸਾਡੀ ਬਾਡੀ ਨੂੰ ਉਹ ਚੀਜ਼ ਨਹੀਂ ਮਿਲੇਗੀ ਜੋ ਸਾਨੂੰ ਰੋਜ਼ ਚਾਹੀਦੀ ਹੈ। ਜਿਹਦੇ ਵਿੱਚ ਮਿਨਰਲਸ ਦੇ ਉੱਪਰ, ਖਣਿਜ ਤੱਤ ਦੇ ਉੱਪਰ ਡਾਕਟਰ ਲਾਇਨਸ ਪੌਲਿੰਗ ਜੋ ਮੋਰਲ ਦਿੱਤਾ ਉਹ ਅਸੀਂ ਚਾਰਾਂ ਦੇ ਵਿੱਚੋਂ ਜੇ ਸਾਡੀ ਬਾਡੀ ਮਿਨਰਲਸ ਲੈਂਦੀ ਹੈ ਤਾਂ ਸਾਡਾ ਸਰੀਰ 80 ਸਾਲ 90 ਸਾਲ 100 ਸਾਲ ਤੱਕ ਚੱਲ ਪਾਏਗਾ। ਅੱਛਾ, ਜੇ ਚਾਰਾਂ ਦਾ ਲੈਵਲ ਅਸੀਂ ਆਪਣੇ ਲੈਵਲ 'ਤੇ ਚੈੱਕ ਕਰੀਏ, ਹਵਾ ਮੈਨੂੰ ਨਹੀਂ ਲੱਗਦਾ ਉਹ 'ਚ ਤੁਸੀਂ ਮਿਨਰਲਸ ਲੈਂਦੇ ਹੋਵੋਗੇ ਚੰਗੇ। ਪਾਣੀ ਸਾਰਾ ਆਪਾਂ ਫਿਲਟਰ ਕਰਕੇ ਪੀਣਾ ਮਜਬੂਰੀ ਬਣ ਗਈ ਹੈ। ਅੱਛਾ, ਜਦੋਂ ਉਹਨੂੰ ਪਿਉਰੀਫਾਈ ਕਰਦੇ ਹੈਗੇ ਆਰ ਓ ਸਿਸਟਮ ਦੇ ਨਾਲ ਤਾਂ ਉਹ 'ਚ ਜਦੋਂ ਮਾੜੇ ਨਿਕਲਦੇ ਨਾਲ ਚੰਗੇ ਵੀ ਡੈਡ ਵਾਟਰ ਹੋ ਗਿਆ। ਅੱਛਾ, ਜਿਹਦਾ TDS ਲੈਵਲ 100 ਤੋਂ ਨੀਚੇ ਹੈ ਜਾਂ 100 ਹੈ ਉਹ ਐਸਿਡਿਕ ਵਾਟਰ ਹੈ, ਅਤੇ ਐਸਿਡਿਕ ਵਾਟਰ ਨੇ ਬਾਡੀ ਦੇ ਅੰਦਰ ਐਸਿਡ ਵਧਾ ਦੇਣਾ ਅਤੇ ਆਕਸੀਜਨ ਨੀਚੇ ਲੈ ਆਣੀ, ਹੱਡੀ ਖੁਰੇਗੀ, ਹਾਰਟ ਦੀ ਪੰਪਿੰਗ 'ਚ ਪ੍ਰੋਬਲਮ ਆਏਗੀ, ਕਬਜ਼ ਰਹੇਗੀ, ਨਿਊਰੋ ਕੈਮੀਕਲ ਜਿਹੜੇ ਬਣਨੇ ਹੁੰਦੇ, ਨਿਊਰੋ ਡਿਸਆਰਡਰ ਕ੍ਰੀਏਟ ਹੋਣਗੇ, ਆਈਸਾਈਟ ਵੀਕ ਹੋਏਗੀ, ਬਹੁਤ ਸਾਰੇ ਹੋਰ ਤਰ੍ਹਾਂ ਦੇ ਡਿਸਆਰਡਰ ਵੀ ਕ੍ਰੀਏਟ ਹੁੰਦੇ ਨੇ। ਤੀਸਰਾ ਆ ਗਿਆ ਆਪਣੀ ਜ਼ਮੀਨ। ਹਰ ਇਨਸਾਨ ਝਾੜ ਵਧਾਉਣ ਦੇ ਚੱਕਰ ਵਿੱਚ ਪੈਸਟੀਸਾਈਡ ਪਤਾ ਨਹੀਂ ਬਹੁਤ ਕੁਛ, ਯੂਰੀਆ ਦੀ ਮਾਤਰਾ ਵੱਧ ਪਾਉਣੀ, ਬਿਨਾਂ ਇਸ ਚੀਜ਼ ਦਾ ਖਿਆਲ ਰੱਖੇ ਕਿ ਇਸ ਚੀਜ਼ ਦਾ ਇਨਟੇਕ ਕਰਨ ਦੇ ਨਾਲ ਸਾਡੇ ਬੱਚੇ ਅਪਾਹਿਜ ਵੀ ਪੈਦਾ ਹੋ ਸਕਦੇ ਨੇ। ਈਵਨ ਬਹੁਤ ਸਾਰੀਆਂ ਬੱਚੀਆਂ ਅੱਗੇ ਜਾ ਕੇ ਮਾਵਾਂ ਵੀ ਨਹੀਂ ਬਣ ਸਕਦੀਆਂ, ਲੇਕਿਨ ਫਿਰ ਵੀ ਉਹ ਆਪਣੇ ਹਰ ਇਨਸਾਨ ਦੀ ਇੱਕ ਪੈਸੇ ਦੀ ਜਿਹੜੀ ਦੌੜ ਆ, ਜਿਹੜੀ ਲਾਈਫ ਮਟੀਰੀਅਲਿਸਟਿਕ ਹੋ ਗਈ ਹੈ, ਹਰ ਇਨਸਾਨ ਨੂੰ ਪਦਾਰਥਵਾਦੀ ਲਾਈਫ ਜਿਉਣ ਦੀ ਜਿਹੜੀ ਇੱਕ ਆਦਤ ਬਣ ਗਈ, ਉਹਦੀ ਵਜ੍ਹਾ ਦੇ ਨਾਲ ਨਿਊਟ੍ਰੀਸ਼ਨ ਡੈਫੀਸ਼ੈਂਸੀ, ਪੌਸ਼ਟਿਕ ਤੱਤਾਂ ਵੱਲ ਧਿਆਨ ਨਾ ਦੇਣ ਕਰਕੇ ਉਹਦੀ ਵੀ ਕਮੀ ਅੱਜ ਹੋ ਰਹੀ ਹੈ। ਸੋ ਚਾਰੋਂ ਦੇ ਚਾਰੋਂ ਰੀਜ਼ਨ ਡਾਕਟਰ ਲਾਇਨਸ ਪੌਲਿੰਗ ਨੇ 1960 ਦੇ ਵਿੱਚ ਪਹਿਲਾਂ ਹੀ ਉਹਨੇ ਐਕਸਪਲੇਨ ਕਰ ਦਿੱਤੇ ਗਏ ਸੀ। ਉਹਨੇ ਪਹਿਲਾਂ ਹੀ, ਅੱਜ ਵੀ ਉਹਦਾ ਜਿਹੜਾ ਉਹ ਸਟੇਟਮੈਂਟ ਆ ਉਹ ਗ੍ਰੰਥ ਹੈ USA ਦੇ ਅੰਦਰ ਸੰਭਾਲ ਕੇ ਰੱਖਿਆ ਹੋਇਆ। 1996 ਦੇ ਵਿੱਚ 1996 ਦੇ ਵਿੱਚ USA ਖੁਦ ਇੱਕ ਬਹੁਤ ਵੱਡੀ ਸਮੱਸਿਆ 'ਚ ਫਸਿਆ ਹੋਇਆ ਸੀ ਕਿ ਉੱਥੇ ਹਾਰਟ ਪੇਸ਼ੈਂਟ, ਮੋਟਾਪੇ ਦੇ ਪੇਸ਼ੈਂਟ, ਨੀਂਦ ਨਾ ਆਉਣਾ ਉਹਦੇ ਪੇਸ਼ੈਂਟ, ਇਹਦੀ ਤਾਦਾਦ ਬਹੁਤ ਜ਼ਿਆਦਾ ਵੱਧ ਰਹੀ ਸੀ ਔਰ ਜਿਹੜੀ ਡੈਥ ਰੇਸ਼ੋ ਬੜੀ ਫਾਸਟ ਹੋ ਰਹੀ ਸੀ। ਤਾਂ ਉਹਨਾਂ ਨੇ ਡਾਕਟਰ ਲਾਇਨਸ ਪੌਲਿੰਗ ਦੇ, ਕਿਉਂਕਿ 1994 ਦੇ ਵਿੱਚ ਡਾਕਟਰ ਲਾਇਨਸ ਪੌਲਿੰਗ ਦੀ ਮੌਤ ਹੋ ਗਈ ਸੀ, ਡੈਥ ਹੋ ਗਈ ਸੀ। ਲੇਕਿਨ ਉਸ ਤੋਂ ਬਾਅਦ ਫਿਰ ਉੱਥੋਂ ਦੇ ਜਿਹੜੇ ਬੁੱਧੀਜੀਵ ਸੀ ਉਹਨਾਂ ਨੇ ਡਾਕਟਰ ਲਾਇਨਸ ਪੌਲਿੰਗ ਦੀ ਹੀ ਸਟੇਟਮੈਂਟ ਨੂੰ ਦੁਬਾਰਾ ਖੋਲ੍ਹਿਆ, ਪੜ੍ਹਿਆ, ਉਹਦੇ 'ਚੋਂ ਹੀ ਹੱਲ ਲਿਆ। ਠੀਕ ਹੈ, ਤਾਂ ਉਹਨਾਂ ਨੂੰ ਜਿਹੜਾ ਰੀਜ਼ਨ ਲੱਭਿਆ ਸੀ ਉਹ ਸੀ ਹਾਈਲੀ ਪ੍ਰੀਜ਼ਰਵੇਟਿਵਸ। ਠੀਕ ਹੈ, ਉੱਥੇ ਫੂਡ ਦੇ ਵਿੱਚ ਆਪਾਂ ਬਹੁਤ ਵਾਰੀ ਸੁਣਿਆ ਹੈ, ਆਪਣੇ ਨੀਅਰ ਡੀਅਰ ਫੋਰਨ ਬੈਠੇ ਹੁੰਦੇ ਨੇ, ਉਹ ਡਿਸਕਸ਼ਨ ਕਰਦੇ, ਉਹ ਕਹਿੰਦੇ ਜੀ ਸਾਡੇ ਤੇ ਸਾਗ ਵੀ ਬਣਿਆ ਹੁੰਦਾ। ਠੀਕ ਹੈ, ਪਨੀਰ ਦੀ ਸਬਜ਼ੀ ਵੀ ਪੈਕ ਹੋ ਕੇ ਆਉਂਦੀ ਹੈ, ਚੀਜ਼ ਪੈਕ ਹੁੰਦਾ, ਦੁੱਧ ਜਿਹੜਾ ਉਹ ਸਿੱਧਾ ਨਹੀਂ ਖਰੀਦਾ ਜਾਂਦਾ, ਅੱਗੇ ਹੀ ਨਹੀਂ ਹੈਗੀ ਉਹਨਾਂ ਨੂੰ, ਹਾਂ ਅੱਗੇ ਨਹੀਂ ਹੈਗੀ ਡਾਇਰੈਕਟ। ਤਾਂ ਉੱਥੇ ਪ੍ਰੀਜ਼ਰਵੇਟਿਵ ਬਹੁਤ ਹੈਵੀ ਯੂਜ਼ ਹੁੰਦਾ ਸੀ, ਜਿਹਦੇ ਸਾਈਡ ਇਫੈਕਟ ਬਾਡੀ 'ਤੇ ਬਹੁਤ ਫਾਸਟ ਆਏ। ਤਾਂ ਫਿਰ ਉੱਥੋਂ ਦੀ ਗਵਰਨਮੈਂਟ ਨੇ ਕੁਝ ਰੂਲ ਰੈਗੂਲੇਸ਼ਨ ਚੇਂਜ ਕੀਤੇ ਪ੍ਰੀਜ਼ਰਵੇਟਿਵ ਦੇ ਉੱਪਰ, ਤਾਂ ਉਹਨਾਂ ਦੀ ਰੇਸ਼ੋ ਨੂੰ ਕੰਟਰੋਲ ਕਰਵਾਇਆ, ਤਾਂ ਉਹ ਹੱਲ ਲਿਆ। ਸੋ ਕਹਿਣ ਦਾ ਮਤਲਬ ਐਡਾ ਵੱਡਾ ਬੁੱਧੀਜੀਵ ਸੀ ਉਹਨਾਂ ਦੇ ਕੋਲ, ਤਾਂ ਹੀ ਕਰ ਪਾਏ ਨਾ। ਤਾਂ ਉਸੇ ਬੁੱਧੀਜੀਵ ਨੇ, ਕਿਉਂਕਿ ਜਿਹੜਾ ਗਿਆਨ ਹੁੰਦਾ ਇਹਦਾ ਕੋਈ ਬੈਰੀਅਰ ਨਹੀਂ ਹੁੰਦਾ, ਇਹਦੀ ਹੱਦ ਨਹੀਂ ਹੁੰਦੀ। ਲਿਖਿਆ ਤਾਂ ਉਹਨੇ ਅਮਰੀਕਾ 'ਚ ਬੈਠ ਕੇ ਸੀ, ਠੀਕ ਹੈ, ਤੇ ਗੱਲ ਆਪਾਂ ਅੱਜ ਇੰਡੀਆ 'ਚ ਬੈਠ ਕੇ ਕਰ ਰਹੇ ਹੈਗੇ ਹਾਂ। ਉਹ ਤਾਂ ਉਹਦੇ ਉਸ ਜਿਹੜਾ ਉਹਨੇ ਜੀਵਨ ਆਪਣਾ ਸਮਰਪਿਤ ਕੀਤਾ ਦੁਨੀਆ ਦੇ ਵਿੱਚ ਸ਼ਾਂਤੀ ਦਾ ਦੂਤ ਬਣ ਕੇ, ਦੁਨੀਆ ਦੇ ਵਿੱਚ ਉਹਨੇ ਹੈਲਥ ਦੇ ਉੱਤੇ ਬਹੁਤ ਚੀਜ਼ਾਂ ਨੂੰ ਖੋਲ੍ਹਿਆ। ਤਾਂ ਉਸ ਜੀਵਨ ਨੂੰ ਸਮਰਪਿਤ ਕਰਨ ਪਿੱਛੇ ਉਹਨੇ ਜਿਹੜਾ ਗਿਆਨ ਇਕੱਠਾ ਕਰਕੇ ਸਾਨੂੰ ਦਿੱਤਾ ਹੈਗਾ, ਉਸ ਗਿਆਨ ਨੂੰ ਅਸੀਂ ਉੱਥੋਂ ਸਮਝ ਲੈ ਸਕਦੇ ਹੈਗੇ ਹਾਂ। ਮੇਨ ਜਿੰਨੇ ਵੀ ਰੀਜ਼ਨ ਨੇ, ਜਿੰਨੇ ਵੀ ਕਾਰਨ ਨੇ, ਚਾਹੇ ਉਹ ਸਿਰ ਦਰਦ ਲਗਾ ਲਓ, ਚਾਹੇ ਉਹ ਸਿਰ ਦਰਦ ਤੋਂ ਲੈ ਕੇ ਕੈਂਸਰ ਤੱਕ ਦੀ ਜਿੰਨੀਆਂ ਵੀ ਬਿਮਾਰੀਆਂ ਨੇ, ਲਿਸਟ ਲੰਬੀ ਹੋ ਜਾਏਗੀ, ਮੈਂ ਤਾਂ ਨਹੀਂ ਗਿਣਾ ਰਿਹਾ, ਜਿੰਨੇ ਵੀ ਰੋਗ ਨੇ ਉਹਨਾਂ ਪਿੱਛੇ ਜਿਹੜਾ ਰੀਜ਼ਨ ਹੈ, ਜਾਂ ਤਾਂ ਚਾਰੇ ਕਾਰਨ ਨੇ ਜਾਂ ਚਾਰਾਂ ਦੇ ਵਿੱਚੋਂ ਕੋਈ ਇੱਕ ਆ, ਪੰਜਵਾਂ ਕੋਈ ਰੀਜ਼ਨ ਨਹੀਂ ਹੈ ਅੱਜ ਰੋਗੀ ਹੋਣ ਦਾ, ਕੈਂਸਰ ਹੋਣ ਦਾ, ਹਾਰਟ ਫੇਲੀਅਰ ਹੋਣ ਦਾ, ਕਿਡਨੀ ਫੇਲੀਅਰ ਹੋਣ ਦਾ। ਸਾਰੀ ਜਿਹੜੀ ਬਿਮਾਰੀਆਂ ਦਾ ਇਹੀ ਕਾਰਨ। ਜੇ ਤੁਸੀਂ ਟੌਕਸਿਨ ਨੂੰ ਦੇ ਰੂਪ ਅਲੱਗ-ਅਲੱਗ ਹੋ ਸਕਦੇ ਨੇ। ਜੇ ਕਿਸੇ ਨੇ ਜ਼ਿਆਦਾ ਪੇਨ ਕਿਲਰ ਐਂਟੀਬਾਇਓਟਿਕ ਖਾ ਲਿਆ ਤਾਂ ਬਾਡੀ ਲਈ ਤਾਂ ਟੌਕਸਿਨ ਹੈ ਨਾ, ਉਹ ਕੈਮੀਕਲਸ ਹੋ ਗਏ ਨਾ, ਬਾਡੀ ਲਈ ਤਾਂ ਟੌਕਸਿਨ। ਅੱਛਾ, ਬਾਡੀ ਦਾ ਸਿਧਾਂਤ ਕੀ ਹੈ? ਨੇਚਰ ਨੇ ਬਾਡੀ ਨੂੰ ਆਪਣੇ ਨਿਯਮ ਤੇ ਆਪਣੀ ਸਾਇੰਸ ਨਾਲ ਬਣਾਇਆ, ਨਾ ਕਿ ਕਿਸੇ ਸਾਇੰਸਦਾਨ ਦੇ ਨਿਯਮ ਤੇ ਸਾਇੰਸਦਾਨ ਦੀ ਸਾਇੰਸ ਨਾਲ ਬਣਾਇਆ ਹੈਗਾ। ਦੁਨਿਆਵੀ ਸਾਇੰਸ ਨਾਲ ਤਾਂ ਬਾਡੀ ਬਣੀ ਨਹੀਂ ਹੈਗੀ। ਤਾਂ ਨੇਚਰ ਨੇ ਇਹਨੂੰ ਆਪਣੇ ਨਿਯਮ ਤੇ ਸਾਇੰਸ 'ਚ ਬਣਾਇਆ ਕਰਕੇ ਹੀ ਬਾਡੀ ਨੂੰ ਸਿਰਫ ਉਹ ਚੀਜ਼ਾਂ ਸਮਝ ਆਉਂਦੀਆਂ ਨੇ ਜਿਹੜੀਆਂ ਕੁਦਰਤੀ ਨੇ। ਇਹਨੂੰ ਕੋਈ ਕੈਮੀਕਲ ਨਹੀਂ ਸਮਝ ਆਉਂਦਾ।
ਹਾਂ ਜਦੋਂ ਚਲੇ ਜਾਂਦਾ ਹੈ ਤਾਂ ਬੋਡੀ ਡਿਸਟਰਬ ਹੋ ਜਾਂਦੀ ਹੈ, ਪੂਰਾ ਮੈਕੈਨਿਜ਼ਮ ਡਿਸਟਰਬ ਹੋ ਜਾਂਦਾ, ਫਿਰ ਬਹੁਤ ਕੁਝ ਅਲੱਗ-ਅਲੱਗ ਢੰਗ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ। ਸੋ ਟੌਕਸਿਨ ਅਲੱਗ-ਅਲੱਗ ਰੂਪ ਦੇ ਵਿੱਚ ਇਲੈਕਟ੍ਰੋਮੈਗਨੈਟਿਕ ਕਿਓਜ਼ ਆਪਾਂ ਕਿਵੇਂ, ਅੱਜ ਕਿਸੇ ਨੂੰ ਕਹਿ ਕੇ ਦੇਖੋ ਸਰ ਮੋਬਾਈਲ 2 ਦਿਨ ਆਪਣੇ ਕੋਲ ਨਾ ਰੱਖੋ, ਕਹਿੰਦਾ ਨਾ ਭਾਈ ਸਾਹਿਬ ਸਾਰਾ ਬਿਜ਼ਨਸ ਹੀ ਮੇਰਾ ਇਹਦੇ ਵਿੱਚ, ਠੀਕ ਹੈ। ਲੇਕਿਨ ਜੇ ਅਸੀਂ ਵਿਗਿਆਨਿਕ ਯੁੱਗ ਦੇ ਵਿੱਚ ਇਹਨਾਂ ਨਵੀਆਂ ਚੀਜ਼ਾਂ ਨੂੰ ਅਡੋਪਟ ਕਰ ਰਹੇ ਹਾਂ, ਪਲੱਸ ਨਾਲ ਸਾਨੂੰ ਬਾਡੀ ਨੂੰ ਬੈਲੈਂਸ ਬਣਾਉਣਾ ਵੀ ਆਉਣਾ, ਇਹਦੇ ਬਾਰੇ ਵੀ ਸਿੱਖਣਾ ਪਏਗਾ, ਇਸ ਗਿਆਨ ਨਾਲ ਜੁੜਨਾ ਪਏਗਾ। ਇਹਦੇ ਵਿੱਚ ਮਿੱਟੀ ਦਾ ਬਹੁਤ ਵੱਡਾ ਰੋਲ ਹੈ। ਜਿੰਨੇ ਵੀ ਇਲੈਕਟ੍ਰੋਮੈਗਨੈਟਿਕ ਕਿਓਜ਼ ਪੈਦਾ ਕਰਦੇ ਨੇ, ਇੰਬੈਲੈਂਸਿੰਗ ਪੈਦਾ ਕਰਦੇ ਨੇ, ਬਾਇਓ ਇਲੈਕਟ੍ਰਿਕ ਹੈਲਥ ਨੂੰ ਸਾਡੀ ਨੂੰ ਡਿਸਟਰਬ ਕਰਦੇ ਨੇ, ਉੱਥੇ ਜੇ ਬੈਲੈਂਸ ਬਣਾਉਣਾ ਤਾਂ ਰੈਗੂਲਰ 1 ਘੰਟਾ ਮਿੱਟੀ 'ਤੇ ਚੱਲੋ, ਕਿਉਂਕਿ ਹਰ ਕੰਟਰੀ ਵਾਈਜ਼, ਏਰੀਆ ਵਾਈਜ਼ ਇਲਾਜ ਅਲੱਗ-ਅਲੱਗ ਹੁੰਦੇ ਨੇ। ਸਾਡੇ ਦੇਸ਼ ਦੇ ਵਿੱਚ ਬਹੁਤ ਹੀ ਪੁਰਾਤਨ ਅਤੇ ਬਹੁਤ ਹੀ ਕੁਦਰਤੀ ਸੋਰਸ ਅੱਜ ਵੀ ਅਵੇਲੇਬਲ ਨੇ, ਅਸੀਂ ਉਹਨਾਂ ਨੂੰ ਯੂਜ਼ ਕਰਕੇ ਆਪਣੀ ਮਾਡਰਨ ਲਾਈਫ ਵੀ ਬੈਲੈਂਸ ਕਰ ਸਕਦੇ ਹਾਂ, ਔਰ ਸਾਡੀ ਜਿਹੜੀ ਨੈਚੁਰਲ ਲਾਈਫ ਹੈ, ਨੈਚੁਰਲ ਹੈਲਥ, ਅਸੀਂ ਉਹਨੂੰ ਵੀ ਬੈਲੈਂਸ ਕਰ ਸਕਦੇ ਹਾਂ। ਥੋੜ੍ਹਾ ਜਿਹਾ ਗਿਆਨਵਾਨ ਹੋਣ ਦੀ ਜ਼ਰੂਰਤ ਹੈਗੀ ਹੈ, ਬਟ ਕਹੀਏ ਕਿ ਅੱਖਾਂ ਬੰਦ ਕਰਕੇ ਅਸੀਂ ਹਰ ਚੀਜ਼ ਨੂੰ ਅਡੋਪਟ ਕਰੀ ਚੱਲੀਏ, ਲੇਕਿਨ ਉਹਦੇ ਹੱਲ ਵੱਲ, ਉਹਦੇ ਸਿੱਟਿਆਂ ਵੱਲ ਅਸੀਂ ਧਿਆਨ ਨਾ ਦਈਏ, ਤਾਂ ਫਿਰ ਨੈਚੁਰਲੀ ਗੱਲ ਆ ਹਾਰਮਫੁਲ ਸਿੱਟੇ ਤਾਂ ਦੇਖਣ ਨੂੰ ਮਿਲਣਗੇ ਸਾਨੂੰ। ਡਾਕਟਰ ਸਾਹਿਬ ਤੁਸੀਂ ਇਹ ਦੱਸਿਆ ਵੀ ਇਹਦੇ 4 ਕਾਰਨ ਨੇ ਬੰਦੇ ਦੇ ਸਰੀਰ ਦੇ ਬਿਮਾਰ ਹੋਣ ਦੇ, ਪਰ ਇਹ ਪੱਕਾ ਹੈ ਕਿ 4 ਕਾਰਨ ਇਕੱਠੇ ਨਹੀਂ ਹੋ ਸਕਦੇ ਇੱਕ ਚੀਜ਼ ਨੂੰ ਬਿਮਾਰ, ਇੱਕ ਸਰੀਰ ਨੂੰ ਬਿਮਾਰ ਕਰਨ ਦੇ। ਉਹਨਾਂ ਵਿੱਚੋਂ ਕਿਸੇ ਨੂੰ 1 ਕਾਰਨ ਬਿਮਾਰ ਕਰ ਰਿਹਾ, ਕਿਸੇ ਨੂੰ 2 ਕਾਰਨ ਬਿਮਾਰ ਕਰ ਰਹੇ ਨੇ, ਅਤੇ ਫਿਰ ਇਹਨਾਂ 4 ਕਾਰਨਾਂ ਦੇ ਵਿੱਚੋਂ ਪਛਾਣ ਕਿਵੇਂ ਕਰੀਏ ਵੀ ਕਿਹੜਾ ਕਾਰਨ ਵਿੱਚ ਇਹਨੂੰ ਖਰਾਬ ਕਰ ਰਿਹਾ ਅਤੇ ਉਹਨੂੰ ਠੀਕ ਕਰੀਏ? ਜਿਵੇਂ ਕਿ ਆਪਾਂ ਟੌਕਸਿਨ ਦੀ ਗੱਲ ਕਰ ਰਹੇ ਹਾਂ, ਅਗਰ ਕਿਸੇ ਨੂੰ ਕੌਨਸਟੀਪੇਸ਼ਨ ਹੈ, ਠੀਕ ਹੈ, ਤਾਂ ਨੈਚੁਰਲੀ ਗੱਲ ਹੈ, ਬਾਡੀ ਦੇ ਅੰਦਰ ਮਲ ਇਕੱਠਾ ਹੋ ਰਿਹਾ, ਉਹ ਟੌਕਸਿਨ ਹੈ, ਠੀਕ ਹੈ। ਅਗਰ ਕਿਸੇ ਨੂੰ ਖਾਂਸੀ ਹੈ ਤਾਂ ਇਟ ਮੀਨਸ ਬਾਡੀ 'ਚ ਟੌਕਸਿਨ ਹੈ, ਤਾਂ ਹੀ ਖਾਂਸੀ ਹੋ ਰਹੀ। ਫੇਫੜੇ, ਬਾਡੀ ਦਾ ਜਿਹੜਾ ਸੈਲਫ ਮੈਕੈਨਿਜ਼ਮ ਸਿਸਟਮ ਹੈ, ਡਿਫੈਂਸ ਸਿਸਟਮ ਹੈ, ਜਿਹਨੂੰ ਇਮਿਊਨਿਟੀ ਸਿਸਟਮ ਕਹਿੰਦੇ ਹੈਗੇ ਆ, ਉਹ ਕੋਸ਼ਿਸ਼ ਕਰ ਰਿਹਾ ਉਹਨੂੰ ਬਾਹਰ ਕੱਢਣ ਦੀ। ਬਲਗਮ ਬਣ ਰਹੀ ਹੈ, ਬਲਗਮ ਆਉਂਦੀ ਹੈ ਤਾਂ ਕੀ ਹੈ, ਫੇਫੜੇ ਉਹਨੂੰ ਖੁਦ ਬਾਹਰ ਕੱਢ ਰਹੇ ਨੇ ਟੌਕਸਿਨ ਨੂੰ। ਤਾਂ ਅਲਟੀਮੇਟ ਤਾਂ ਸਾਨੂੰ ਉੱਥੇ ਕੁਛ ਚੀਜ਼ਾਂ ਵੱਲ ਫੋਕਸ ਕਰਨਾ ਪਏਗਾ ਵੀ ਕਿਹੜੀ ਚੀਜ਼ ਮੇਰੇ ਲਈ ਟੌਕਸਿਨ ਹੈ। ਦਾਰੂ, ਅੱਛਾ ਜਿਹੜੀਆਂ ਚੀਜ਼ਾਂ, ਅੱਛਾ ਪਹਿਲਾਂ ਤਾਂ ਸਵਾਲ ਹੀ ਹੈ ਨਾ ਕਿ ਪਹਿਲਾਂ ਤਾਂ ਇਹ ਸੋਚੋ ਕਿ ਅਸੀਂ ਸਵੇਰ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਕਿਹੜੀ ਇੱਕ ਚੀਜ਼ ਹੈ ਜਿਹੜੀ 100% ਨੈਚੁਰਲ ਲੈ ਰਹੇ ਹਾਂ। ਇੱਕ ਚੀਜ਼ ਲੱਭੋ ਪਹਿਲਾਂ ਆਪਦੇ ਜੀਵਨ 'ਚ, ਇੱਕ ਵੀ ਨਹੀਂ ਮਿਲਣੀ। ਲੋਕ ਕਈ ਵਾਰੀ ਪੁੱਛਦੇ ਆ ਪੇਸ਼ੈਂਟ ਨੂੰ ਵੀ, ਉਹ ਕਹਿੰਦੇ ਜੀ ਡਾਕਟਰ ਸਾਹਿਬ ਪਾਣੀ, ਮੈਂ ਕਹੋ ਤਾਂ ਤੁਸੀਂ ਫਿਲਟਰ ਕਰ ਲਿਆ, ਉਹ ਤਾਂ ਨੈਚੁਰਲ, ਠੀਕ ਹੈ। ਫਰੂਟ 'ਤੇ ਪੈਸਟੀਸਾਈਡ ਫਰਟੀਲਾਈਜ਼ਰ ਯੂਜ਼ ਹੋ ਕੇ ਆ ਰਿਹਾ, ਜਿੰਨਾ ਵੀ ਐਕਸਪੋਰਟ ਹੋ ਰਿਹਾ ਵਾ, ਇੰਪੋਰਟ ਹੋ ਰਿਹਾ ਵਾ ਫਰੂਟ, ਉੱਤੇ ਵੈਕਸੀਨ ਕੀਤਾ ਹੋਇਆ ਵਾ ਸਾਰੇ ਦਾ ਸਾਰਾ। ਹੁਣ ਤਾਂ ਹੀ ਤਾਂ ਉਹ ਰੱਖ ਪਾ ਰਹੇ ਨੇ। ਕਿਹੜੇ ਮਹੀਨੇ ਦਾ ਤੋੜਿਆ ਹੋਇਆ ਸੇਬ ਹੈ, USA ਦਾ, ਨਿਊਜ਼ੀਲੈਂਡ ਦਾ, ਅੱਜ ਸਾਡੇ ਉਹ ਵੈਕਸੀਨ ਕਰਕੇ ਰੱਖਿਆ ਹੋਇਆ, ਉਹਨੂੰ ਤੁਸੀਂ ਕਿਵੇਂ ਨੈਚੁਰਲ ਕਹਿ ਲਓ? ਹਾਂਜੀ, ਉਹਨੂੰ ਕਿਵੇਂ ਨੈਚੁਰਲ ਕਹਿ ਲਓਗੇ? ਠੀਕ ਹੈ ਨਾ। ਤਾਂ ਇਹ ਚੀਜ਼ਾਂ ਦੀ ਸਾਨੂੰ ਸੈਂਸ ਹੋਣੀ ਚਾਹੀਦੀ ਹੈ, ਸਮਝ। ਅੱਜ ਦੇ ਸਮੇਂ 'ਚ ਇਹ ਵਿਗਿਆਨਿਕ ਯੁੱਗ ਹੈ। ਅੱਜ ਦੇ ਯੁੱਗ ਦੀ ਲੜਾਈ ਵੀ ਹਥਿਆਰਾਂ ਵਾਲੀ ਨਹੀਂ ਹੈਗੀ, ਵਿਚਾਰਾਂ ਵਾਲੀ ਅਤੇ ਦਿਮਾਗ ਦੀ ਹੈ, ਠੀਕ ਹੈ। ਤਾਂ ਇੰਨੇ ਸੈਂਸਿਟਿਵ ਯੁੱਗ ਦੇ ਅੰਦਰ ਅਸੀਂ ਜੇ ਹਰ ਚੀਜ਼ ਅੱਖਾਂ ਬੰਦ ਕਰਕੇ ਐਕਸੈਪਟ ਕਰੀ ਜਾਵਾਂ, ਅਡੋਪਟ ਕਰੀ ਜਾਵਾਂਗੇ, ਤਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ, ਅੱਜ ਮੈਨੂੰ ਲੱਗਦਾ ਕਿ ਪੀੜ੍ਹੀਆਂ ਹੀ ਨਹੀਂ ਹੋਣੀਆਂ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਫਿਰ, ਠੀਕ ਹੈ। ਅਤੇ ਸਿੱਟੇ ਬਹੁਤ ਜਿਹੜੇ ਕਿ ਹੈਰਾਨ ਕਰ ਦੇਣ ਵਾਲੇ ਹੋਣਗੇ, ਖਤਰਨਾਕ ਹੋਣਗੇ। ਦੂਸਰੇ ਨੰਬਰ 'ਤੇ ਇਲੈਕਟ੍ਰੋਮੈਗਨੈਟਿਕ ਕਿਓਜ਼। ਹੁਣ ਬਹੁਤ ਸਾਰੇ ਲੋਕ ਜਦੋਂ ਪੇਸ਼ੈਂਟ ਹੋ ਜਾਂਦੇ ਨੇ, ਜਾਂ ਕਿਸੇ ਨੂੰ ਰਸੌਲੀ ਬਣ ਗਈ, ਜਾਂ ਕਿਸੇ ਦੇ ਸਟੋਨ ਬਣ ਗਿਆ, ਆਪਾਂ CT ਸਕੈਨ ਕਰਵਾਉਂਦੇ ਹਾਂ, ਉੱਥੇ ਕੀ ਹੈ, ਰੇਡੀਏਸ਼ਨ ਕੰਮ ਕਰ ਰਹੀ ਕਿ ਨਹੀਂ ਕਰ ਰਹੀ, ਉਹ ਇਲੈਕਟ੍ਰੋਮੈਗਨੈਟਿਕ ਕਿਓਜ਼ ਪੈਦਾ ਕਰ ਦੇਗੀ, ਬਾਇਓ ਇਲੈਕਟ੍ਰਿਕ। ਅੱਛਾ 17 ਵਾਰੀ CT ਸਕੈਨ ਕਰਦੀ ਹੈ ਤਾਂ ਕੈਂਸਰ ਬਣ ਜਾਂਦਾ ਬਾਡੀ 'ਚ। ਅੱਛਾ 17 ਵਾਰੀ CT ਸਕੈਨ ਬਾਡੀ 'ਤੇ ਖੜੀ, ਕੈਂਸਰ ਬਣ ਜਾਂਦਾ। ਇਹ ਪੇਪਰ 'ਤੇ ਮੈਂ ਪੜ੍ਹ ਰਿਹਾ ਸੀ, ਇੱਕ ਚੀਜ਼ ਡਾਕਟਰ ਵੱਲੋਂ ਇਹਦੇ ਉੱਤੇ ਲੇਖ ਲਿਖਿਆ ਹੋਇਆ ਸੀ। ਬਾਇਓਪਸੀ ਵਗੈਰਾ ਜਿਹੜੀ ਹੁੰਦੀ ਹੈ, ਇਹ ਵੀ ਸਰ ਜਿੰਨੀਆਂ ਵੀ ਅਲਟੀਮੇਟ ਤੁਹਾਡੀ ਬਾਡੀ ਦੇ ਅੰਦਰ ਜਾ ਕੇ ਇੱਕ ਪਿਕਚਰ ਆਈ ਹੈ, ਉਹ ਕਿਵੇਂ ਆਈ ਹੈ? ਰੇਡੀਏਸ਼ਨ ਅੰਦਰ ਗਈ ਹੈ ਤਾਂ ਹੀ ਤਾਂ ਪਿਕਚਰ ਆਈ ਹੈ। ਵਾਰ-ਵਾਰ ਉਹਨੂੰ ਕਰੋ ਤਾਂ ਬੰਦੇ ਨੂੰ ਕੈਂਸਰ ਹੋ ਸਕਦਾ ਉੱਥੇ, ਠੀਕ ਹੈ। ਤਾਂ ਉਹ ਵੀ ਇੱਕ ਰੇਡੀਏਸ਼ਨ ਦਾ ਰੀਜ਼ਨ ਹੋ ਗਿਆ। ਮੋਬਾਈਲ ਰੇਡੀਏਸ਼ਨ ਦਾ ਰੀਜ਼ਨ ਹੋ ਗਿਆ, ਐਕਸਰੇ, ਠੀਕ ਹੈ। ਮਾਈਕਰੋ ਓਵਨ, ਜਾਪਾਨ 'ਚ ਬੈਨ ਹੈ ਅੱਜ ਮਾਈਕਰੋ ਓਵਨ। ਕਿਉਂ ਬੈਨ ਹੈ? ਕਿਉਂਕਿ ਉਹ ਰੇਡੀਏਸ਼ਨ ਦੇ ਥਰੂ ਹੀਟ ਪੈਦਾ ਕਰਦਾ, ਠੀਕ ਹੈ। ਅਤੇ ਜਿਹੜਾ ਉਹਦੇ ਤੁਸੀਂ ਕਿਵੇਂ ਐਕਸੈਪਟ ਕਰ ਲਓਗੇ ਕਿ ਇਹਦੇ 'ਚ ਪੌਸ਼ਟਿਕ ਤੱਤ ਹੋਣਗੇ ਤੁਹਾਡੇ ਫੂਡ 'ਚ, ਜਿਹੜਾ ਮਾਈਕਰੋਵੇਵ, ਹਾਂ ਮਾਈਕਰੋਵੇਵ ਦੇ ਵਿੱਚ ਜਿਹੜਾ, ਤਾਂ ਉਹ ਵੀ ਜਾਪਾਨ ਨੇ ਬੈਨ ਕਰ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਹਾਂ ਇਹ ਵਿਗਿਆਨਿਕ ਯੁੱਗ ਹੈ, ਬਹੁਤ ਸਾਰੀਆਂ ਚੀਜ਼ਾਂ ਨੂੰ ਸਾਨੂੰ ਲਾਈਫ ਦਾ ਹਿੱਸਾ ਬਣਾ ਕੇ ਚੱਲਣਾ ਪਏਗਾ। ਪਰ ਜਿਹੜੀ ਇਹ ਹੈਲਥ ਹੈ, ਇਹ ਤਾਂ ਨੇਚਰ ਦੇ ਨਿਯਮ 'ਚ ਚੱਲਣੀ ਹੈ। ਉਹ ਨਿਯਮ ਦੀ ਸਾਨੂੰ ਥੋੜ੍ਹੀ ਜਿਹੀ ਸੈਂਸ ਅਤੇ ਜਾਣਕਾਰੀ ਇਕੱਠੀ ਕਰਨੀ ਹੀ ਪਏਗੀ, ਭਾਵੇਂ ਉਹਨੂੰ ਸ਼ੌਂਕ ਬਣਾ ਲਓ, ਭਾਵੇਂ ਮਜਬੂਰੀ ਬਣਾ ਲਓ। ਤਾਂ ਤੀਸਰਾ ਰੀਜ਼ਨ ਆ ਗਿਆ ਸਟਰੈਸ। ਅੱਜ ਛੋਟੇ ਬੱਚੇ ਤੋਂ ਲੈ ਕੇ
ਚਲੋ ਹੁਣ ਤਾਂ ਕੋਵਿਡ ਕਾਲ ਚੱਲ ਰਿਹਾ, ਸਕੂਲ ਨਹੀਂ ਚੱਲ ਰਹੇ, ਲੇਕਿਨ ਛੋਟੇ 3 ਸਾਲ ਦੇ, ਅੱਜ 2 ਸਾਲ ਦੇ 2.5 ਸਾਲ ਦੇ ਬੱਚੇ ਨੂੰ ਪਲੇ ਵਿੱਚ ਭੇਜ ਦਿੱਤਾ ਜਾਂਦਾ ਹੈ। ਪੇਰੈਂਟਸ ਇਸ ਕਰਕੇ ਭੇਜਦੇ ਹੋ, ਕਹਿੰਦੇ ਜੀ ਮੇਰਾ ਬੱਚਾ ਕੁਝ ਸਿੱਖ ਜਾਏਗਾ, ਪੜ੍ਹ ਜਾਏਗਾ। ਮੈਂ ਇੱਕ ਨਿਊਜ਼ਲੈਟਰਸ ਮੈਨੂੰ ਈਮੇਲ ਆਉਂਦੇ ਨੇ ਕਾਫੀ, ਉਹਦੇ 'ਚ ਮੈਂ ਪੜ੍ਹ ਰਿਹਾ ਸੀ ਫਿਨਲੈਂਡ ਦੀ ਜਿਹੜੀ ਗਵਰਨਮੈਂਟ ਹੈ, ਉਹਨਾਂ ਦੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ, ਉਹਨਾਂ ਨੇ ਇੱਕ ਉੱਥੇ ਕਾਨੂੰਨ ਬਣਾਇਆ ਹੋਇਆ ਕਿ 7 ਸਾਲ ਤੋਂ ਪਹਿਲਾਂ ਬੱਚਾ ਸਕੂਲ ਜੁਆਇਨ ਨਹੀਂ ਕਰੇਗਾ। ਅੱਛਾ ਜੀ, ਰੀਜ਼ਨ ਉਹਦੇ ਪਿੱਛੇ ਉਹਨਾਂ ਨੇ ਦੱਸਿਆ, ਕਹਿੰਦੇ ਬੱਚੇ ਦਾ ਜਿਹੜਾ ਬ੍ਰੇਨ ਹੈ ਉਹ 90% 7 ਤੋਂ 8 ਸਾਲ ਤੱਕ ਗਰੋਥ ਕਰਦਾ ਹੈ, ਔਰ ਬੱਚੇ ਦੇ ਜਿਹੜੇ ਕਰੈਕਟਰਿਸਟਿਕ ਉਹਦੇ ਜਿਹੜੇ ਲਗਾ ਲਓ ਉਹਦਾ ਚਰਿੱਤਰ ਹੋ ਗਿਆ, ਕਰੈਕਟਰ ਹੋ ਗਿਆ, ਪਲੱਸ ਉਹਦੀ ਜਿਹੜੀ ਮਾਨਸਿਕਤਾ ਦੀ ਇੱਕ ਸਟਰੈਂਥ ਹੋ ਗਈ, ਉਹਦੀ ਵਿਲ ਪਾਵਰ ਹੋ ਗਈ, ਉਹਦੇ ਇਮੋਸ਼ਨਸ ਹੋ ਗਏ, ਉਹਦਾ ਡਿਸੀਜਨ ਮੇਕਿੰਗ ਹੋ ਗਿਆ, ਪ੍ਰੋਬਲਮ ਸੋਲਵਿੰਗ ਕਨਸੈਪਟ ਜਿਹੜਾ ਹੋ ਗਿਆ, ਇਹ ਸਾਰੇ ਦਾ ਸਾਰਾ ਉਹ ਉਹਨਾਂ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਬੱਚਾ ਸਕੂਲੋਂ ਨਹੀਂ ਸਿੱਖਦਾ, ਇਹ ਸਿੱਖਦਾ ਆਪਣੀ ਫੈਮਿਲੀ 'ਚ ਰਹਿ ਕੇ। ਤਾਂ ਕਹਿੰਦੇ 7 ਸਾਲ, ਕਿਉਂਕਿ 8 ਸਾਲ ਤੱਕ ਬੱਚੇ ਦਾ 90% ਬ੍ਰੇਨ ਗਰੋਥ ਕਰਦਾ ਹੈ, ਕਹਿੰਦੇ 7 ਸਾਲ ਤੋਂ ਬਾਅਦ ਬੱਚਾ ਸਕੂਲ ਆਏਗਾ, ਉਹਦੇ 7 ਸਾਲ ਤੋਂ ਬਾਅਦ ਬੱਚਾ ਸਕੂਲ ਜੁਆਇਨ ਕਰਦਾ ਹੈ। ਸਾਡੇ ਇੱਥੇ 2-2.5 ਸਾਲ ਦਾ ਕਿਉਂ ਭੇਜ ਰਹੇ, ਕਹਿੰਦੇ ਕੁਝ ਸਿੱਖੇਗਾ, ਲੇਕਿਨ ਸਾਇੰਸ ਤਾਂ ਕਹਿੰਦੀ ਸਿੱਖਣਾ ਤਾਂ ਉਹਨੇ ਫੈਮਿਲੀ 'ਚ ਹੈ। ਕੁਝ ਮਾਂ-ਬਾਪ ਨੂੰ ਵੀ ਹੁੰਦਾ ਵੀ ਅਸੀਂ ਕੰਮ ਤੇ ਜਾਣਾ, ਇਹਨਾਂ ਨੂੰ ਬੱਚਿਆਂ ਨੂੰ ਉੱਥੇ ਛੱਡ ਜਾਵਾਂਗੇ, ਨਾਲੇ ਪੜ੍ਹੀ ਜਾਣਗੇ ਤੇ ਨਾਲੇ ਸਾਡੇ ਕੋਲ ਦੂਰ ਰਹਿਣਗੇ। ਹਾਂਜੀ, ਉਹ ਬਿਲਕੁਲ ਇਹ ਚੀਜ਼ਾਂ ਤਾਂ ਹੈ, ਅੱਜ ਦੀ ਲਾਈਫ ਦੇ ਹਿਸਾਬ ਨਾਲ ਲਾਈਫ ਸਟਾਈਲ ਚੇਂਜ ਹੈ, ਬਟ ਸਾਨੂੰ ਇਹ ਚੀਜ਼ਾਂ ਵੀ ਮੰਨ ਕੇ ਜਿਹੜੇ ਕਰ ਸਕਦੇ ਨੇ ਉਹ ਤਾਂ ਡੈਫੀਨੇਟਲੀ ਸਾਨੂੰ ਇਹਦੇ 'ਤੇ ਸੋਚਣਾ ਪਏਗਾ ਕਿ ਛੋਟੀ ਏਜ ਦੇ ਵਿੱਚ ਇੱਕ ਬੱਚੇ 'ਤੇ ਵੀ ਬਰਡਨ ਬਣ ਜਾਂਦਾ ਹੈਗਾ। ਔਰ ਅੱਛਾ, ਵੈਸੇ ਵੀ ਆਪਾਂ ਸਾਰੇ ਹੀ ਦਰਸ਼ਕ ਵੀ ਹੋ ਗਏ ਸਰ, ਤੁਸੀਂ ਵੀ, ਤੁਹਾਡੇ ਲਈ ਵੀ, ਮੇਰੇ ਲਈ ਵੀ ਹੈ, ਜਦੋਂ ਵੀ ਲਾਈਫ 'ਚ ਅਸੀਂ ਕਿਤੇ ਫਸਦੇ ਹਾਂ, ਲਾਈਫ ਸਾਡੀ ਸਟਕ ਕਰ ਜਾਂਦੀ ਸੀ, ਪ੍ਰੋਬਲਮ 'ਚ ਆ ਜਾਂਦੇ ਹਾਂ, ਤਾਂ ਅਸੀਂ ਸਕੂਲ ਦੇ ਅੰਦਰ ਜਾਂ ਕਾਲਜ ਦੇ ਅੰਦਰ ਯੂਨੀਵਰਸਿਟੀ ਦੀ ਪੜ੍ਹਾਈ ਦੇ ਮੁਤਾਬਕ ਡਿਸੀਜਨ ਨਹੀਂ ਲੈਂਦੇ। ਸਾਡੇ ਅੰਦਰ ਡਿਸੀਜਨ ਮੇਕਿੰਗ ਅਤੇ ਪ੍ਰੋਬਲਮ ਸੋਲਵਿੰਗ ਜਿਹੜੇ ਸਕਿੱਲ ਆਏ ਹੁੰਦੇ ਨੇ ਉਹ ਸਾਡੀ ਫੈਮਿਲੀ ਦੇ ਹਿਸਾਬ ਨਾਲ ਹੁੰਦੇ ਨੇ, ਠੀਕ ਹੈ। ਔਰ ਵੈਸੇ ਵੀ ਬਹੁਤ ਸਾਰੇ ਸਰਵੇ, ਹਾਰਵਰਡ ਯੂਨੀਵਰਸਿਟੀ ਦਾ ਸਰਵੇ ਸੀ ਕਿ ਤੁਹਾਡੀ ਜਿੰਨੀ ਵੀ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਹੈ ਉਹ ਸਾਡੀ ਜ਼ਿੰਦਗੀ 'ਚ ਮਾਤਰ 15% ਕੰਮ ਆਉਂਦੀ ਹੈ, 85% ਤਾਂ ਤੁਹਾਡੀ ਫੈਮਿਲੀ ਦਾ ਹੀ ਸਿੱਖਿਆ ਤੁਹਾਡੇ ਕੰਮ ਆਉਂਦਾ ਹੈ। ਬਿਲਕੁਲ ਬਿਲਕੁਲ, ਅਲਜੈਬਰਾ ਮੈਨੂੰ ਅੱਜ ਤੱਕ ਮੇਰੇ ਦਿਮਾਗ ਦੇ ਉੱਤੇ ਬੋਝ ਪਾ ਰਿਹਾ, ਜਿਹੜਾ ਕਿ ਮੈਂ ਬਚਪਨ 'ਚ ਸਿੱਖਿਆ ਸੀ। ਤਾਂ ਸੋ ਸਟ੍ਰੈਸ ਲੈਵਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਦੇ ਕਾਰਨ ਵੱਖਰੇ ਵੱਖਰੇ ਨੇ। ਤਾਂ ਇਹ ਅੱਛਾ, ਜੋ ਸਟ੍ਰੈਸ ਲੈਵਲ ਇਹ ਤਾਂ ਮੈਂ ਦੱਸ ਵੀ ਚੁੱਕਿਆ, ਸਟ੍ਰੈਸ ਲੈਵਲ ਬੋਡੀ 'ਤੇ ਹੈਵੀ ਹੁੰਦਾ ਤਾਂ ਆਕਸੀਜਨ ਘਟਦੀ ਹੈਗੀ ਹੈ। ਚੌਥਾ ਆ ਗਿਆ ਨਿਊਟ੍ਰੀਸ਼ਨ ਡੈਫੀਸ਼ੈਂਸੀ, ਪੌਸ਼ਟਿਕ ਤੱਤਾਂ ਦੀ ਕਮੀ। ਇਹ ਕਿਉਂ ਆ, ਇਹ ਮੇਰੇ ਨੂੰ ਜ਼ਿਆਦਾ ਦਰਸ਼ਕ ਵੀ ਜਾਣਦੇ ਨੇ, ਇਹ ਕੀ ਕਾਰਨ ਹੈ, ਕਾਹਦੇ 'ਤੇ ਜ਼ਿਆਦਾ ਬੋਲਣ ਦੀ ਜ਼ਰੂਰਤ। ਸੋ ਇਹ 4 ਕਾਰਨ ਡਾਕਟਰ ਲਾਇਨਸ ਪੌਲਿੰਗ ਨੇ ਵਿਸ਼ਵ ਨੂੰ ਅੱਜ ਤੋਂ 60 ਸਾਲ ਪਹਿਲਾਂ ਦੱਸ ਦਿੱਤੇ ਸੀ, ਅੱਜ ਉਹਦੇ ਸਿੱਟੇ ਸਾਡੇ ਸਾਹਮਣੇ ਨੇ। ਅੱਜ ਉਹਦੇ ਸਿੱਟੇ ਸਾਡੇ ਸਾਹਮਣੇ ਨੇ। ਤੇ ਹੁਣ ਮੈਨੂੰ ਇਹ ਦੱਸੋ ਕਿ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਇਹ 4 ਜਿਹੜੇ ਕਾਰਨਾਂ ਨੂੰ ਦੂਰ ਕਿਵੇਂ ਕੀਤਾ ਜਾਂਦਾ ਹੈ, ਤੁਹਾਡੀ ਪੱਧਤੀ ਦੇ ਵਿੱਚ ਇਹਨੂੰ ਦੂਰ ਕਿਵੇਂ ਕੀਤਾ ਜਾਂਦਾ? ਦੇਖੋ, ਇਲੈਕਟ੍ਰੋ ਹੋਮਿਓਪੈਥੀ ਦੇ ਅੰਦਰ 3 ਤਰੀਕੇ ਦੇ ਨਾਲ ਪੇਸ਼ੈਂਟ ਨੂੰ ਜਿਹੜਾ ਕਿ ਡਾਇਗਨੋਸ ਕੀਤਾ ਜਾਂਦਾ। ਪਹਿਲਾਂ ਤਾਂ ਪੇਸ਼ੈਂਟ ਦਾ ਟੈਂਪਰਾਮੈਂਟ ਦੇਖਣਾ ਪੈਂਦਾ ਕਿ ਪੇਸ਼ੈਂਟ ਸ਼ਕਤੀ ਕਿੰਨੀ ਹੈ। ਨਹੀਂ, ਟੈਂਪਰਾਮੈਂਟ ਮੀਨਸ ਆ ਜਾਂਦਾ ਕਿ ਸਾਡੀ ਬਾਡੀ ਦੇ ਅੰਦਰ 2 ਤਰ੍ਹਾਂ ਦੇ ਸਿਸਟਮ ਕੰਮ ਕਰਦੇ ਨੇ। ਇੱਕ ਸਿਸਟਮ ਉਹ ਹੈ ਜਿਹੜਾ ਬਲੱਡ ਬਣਾਉਣ ਵਾਲਾ, ਬਲੱਡ ਨੂੰ ਪਿਉਰੀਫਾਈ ਕਰਨ ਵਾਲਾ, ਬਲੱਡ ਨੂੰ ਯੂਜ਼ ਕਰਨ ਵਾਲਾ। ਦੂਸਰਾ ਸਿਸਟਮ ਆ ਗਿਆ ਲਿੰਫੈਟਿਕ, ਜਿਹਦੇ 'ਚ ਰਸ ਬਣਦੇ ਨੇ, ਹਾਰਮੋਨਸ ਬਣਦੇ ਨੇ, ਉਹਨੂੰ ਲਿੰਫੈਟਿਕ ਬੋਲਦੇ ਨੇ। ਤਾਂ ਲਿੰਫ ਨੂੰ ਬਣਾਉਣ ਵਾਲਾ, ਅੱਗੇ ਉਹਨੂੰ ਯੂਜ਼ ਕਰਨ ਵਾਲਾ ਅਤੇ ਪਿਉਰੀਫਾਈ ਕਰਨ ਵਾਲਾ। ਤਾਂ ਉਹ ਟੈਂਪਰਾਮੈਂਟ ਚੈੱਕ ਕਰਨਾ ਪੈਂਦਾ ਕਿ ਤੁਹਾਡੀ ਬਾਡੀ ਕਿਸ ਟੈਂਪਰਾਮੈਂਟ ਦੀ ਹੈ। ਜੀ, ਬਲੱਡ ਟੈਂਪਰਾਮੈਂਟ ਦੀ ਹੋਈ ਤਾਂ ਤੁਹਾਨੂੰ ਉਸ ਨਾਲ ਰਿਲੇਟਡ ਰੋਗ ਹੋਣਗੇ, ਲਿੰਫ ਟੈਂਪਰਾਮੈਂਟ ਦੀ ਹੋਈ ਤਾਂ ਤੁਹਾਨੂੰ ਰਸ ਨਾਲ ਰਿਲੇਟਡ ਜਿਹੜੇ ਕਿ ਡਿਸਆਰਡਰ ਬਾਡੀ 'ਚ ਹੋਣਗੇ। ਜਿਵੇਂ ਆਯੁਰਵੇਦ 'ਚ ਹੁੰਦਾ ਵਾਤ, ਪਿੱਤ, ਕਫ, ਇਸ ਤਰ੍ਹਾਂ। ਹਾਂਜੀ, ਔਰ ਇਹਦੇ 'ਚ ਤੀਸਰਾ ਟੈਂਪਰਾਮੈਂਟ ਹੈ ਮਿਕਸ। ਕਈਆਂ ਦੇ 'ਚ ਬਲੱਡ ਔਰ ਲਿੰਫ ਦੋਨੋਂ ਹੀ ਹੁੰਦੇ, ਠੀਕ ਹੈ। ਬਲੱਡ ਦੀ ਸਮੱਸਿਆ ਵੀ ਹੈ, ਰਸ ਦੀ ਸਮੱਸਿਆ ਵੀ ਹੈਗੀ ਹੈ। ਹਾਰਟ ਪੇਸ਼ੈਂਟ ਵੀ ਹੈ ਔਰ ਡਾਇਬਟਿਕ ਵੀ ਹੈ, ਠੀਕ ਹੈ। ਤਾਂ ਉਹ ਬਲੱਡ ਔਰ ਲਿੰਫ ਦੋਨਾਂ ਦਾ ਮਿਕਸ ਹੋ ਗਿਆ। ਤਾਂ ਕਈ ਵਾਰੀ ਇਸ ਤਰ੍ਹਾਂ ਤਾਂ ਟੈਂਪਰਾਮੈਂਟ ਪਹਿਲਾਂ ਅਸੀਂ ਡਾਇਗਨੋਸ ਕਰਦੇ, ਪਲਸ ਡਾਇਗਨੋਸ ਦੇ ਨਾਲ, ਪਲਸ ਦੇਖ ਕੇ। ਔਰ ਸੈਕੰਡਲੀ ਫਿਰ ਉਹਦੀ ਕੈਟਾਗਰੀ ਦੇਖਣੀ ਪੈਂਦੀ ਹੈ ਕਿ ਅਕਿਊਟ ਹੈ, ਸਬ ਅਕਿਊਟ ਹੈ ਕਿ ਕਰੋਨਿਕਲ ਹੈ। ਹਾਂ, ਔਰ ਇਹ ਦੇਖਣਾ ਪੈਂਦਾ, ਔਰ ਉਹਦੇ ਮੁਤਾਬਕ ਫਿਰ ਉਹਨੂੰ, ਸਾਡੇ ਕੋਲ ਅਲੱਗ-ਅਲੱਗ ਰੈਮਡੀਜ਼ ਨੇ, ਉਹਦੇ ਮੁਤਾਬਕ ਉਹਨੂੰ ਡਾਇਗਨੋਸ ਕੀਤਾ ਜਾਂਦਾ। ਪਰ ਇਹ ਇੰਨਾ ਸਾਲ ਪਹਿਲਾਂ ਜਦੋਂ ਡਾਕਟਰ ਲਾਇਨਸ ਪੌਲਿੰਗ ਜਿਹੜੇ ਉਹ ਕਹਿ ਗਏ ਸੀਗੇ ਕਿ ਆਹ ਕਾਰਨ ਹੋਣਗੇ ਅੱਗੇ ਚੱਲ ਕੇ ਰੋਗ ਦੇ, ਮਹਾਂਮਾਰੀਆਂ ਦੇ, ਪਰ ਇਹਦੇ ਬਾਵਜੂਦ ਵੀ ਅੱਜ ਵੀ ਜਿਹੜੇ ਨੇ ਲੋਕ ਉਸ ਪੱਧਤੀ ਨੂੰ, ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਉਹ ਜੋ ਪਹਿਲਾਂ ਕਹਿ ਗਏ ਨੇ ਉਹਦੇ 'ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਇਹਦੇ ਕੀ ਕਾਰਨ ਸਮਝਦੇ ਹੋ ਤੁਸੀਂ? ਸਭ ਤੋਂ ਪਹਿਲਾਂ ਚੀਜ਼ ਕਾਰਨ ਸਰ ਇਹ ਹੁੰਦਾ ਕਿ ਕਿਸੇ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣਾ, ਉਸ ਗਿਆਨ ਨੂੰ, ਉਸ ਗੱਲ ਨੂੰ ਪਹੁੰਚਾਉਣਾ, ਲਗਾ ਲਓ ਇਸ ਚੀਜ਼ ਦੀ ਕਮੀ। ਦੂਸਰੀ ਚੀਜ਼ ਇਹ ਹੈ ਕਿ
ਸਿਹਤ ਇੱਕ ਇਸ ਤਰ੍ਹਾਂ ਦਾ ਵਿਸ਼ਾ ਰਿਹਾ ਖਾਸ ਕਰ ਆਪਣੀ ਕੰਟਰੀ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ, ਕਿ ਇਹਨੂੰ ਲੈ ਕੇ ਲੋਕ ਜ਼ਿਆਦਾ ਕੌਨਸ਼ੀਅਸ ਹੋਣਾ ਪਸੰਦ ਨਹੀਂ ਕਰਦੇ ਸੀ, ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਕਿਉਂਕਿ ਪਹਿਲਾਂ ਢਾਂਚਾ ਜੀਵਨ ਸ਼ੈਲੀ ਇੰਨੀ ਸਿੰਪਲ ਸੀ ਕਿ ਜ਼ਿਆਦਾ ਸਾਨੂੰ ਇਹਦੇ 'ਤੇ ਕੌਨਸ਼ੀਅਸ ਹੋਣ ਦੀ ਜ਼ਰੂਰਤ ਨਹੀਂ ਸੀ, ਠੀਕ ਹੈ। ਲੇਕਿਨ ਇਹ ਢਾਂਚਾ ਜਿਹੜਾ ਪਿਛਲੀ 25-30 ਸਾਲ ਤੋਂ ਚੇਂਜ ਹੋਇਆ, ਇੱਕ ਮਾਡਰਨ ਢਾਂਚੇ 'ਚ ਅਡੋਪਟ ਕਰ ਲਿਆ ਗਿਆ, ਅਸੀਂ ਆ ਗਏ ਤੇਜ਼ ਰਫ਼ਤਾਰ ਵਾਲੀ ਲਾਈਫ ਨੂੰ ਅਸੀਂ ਐਕਸੈਪਟ ਕਰ ਲਿਆ। ਹਰ ਇਨਸਾਨ ਦੀ ਲਾਈਫ ਜਿਹੜੀ ਦੌੜ ਆ ਉਹ ਮਟੀਰੀਅਲਿਸਟਿਕ ਦੌੜ ਬਣ ਗਈ ਹੈਗੀ, ਪਦਾਰਥਾਂ ਨੂੰ ਪਾਉਣ ਦੀ ਜਿਹੜੀ ਖਿੱਚ ਹੈ, ਉਸ ਚੀਜ਼ ਨੇ ਇਸ ਨੈਚੁਰਲੀ ਢਾਂਚੇ ਨੂੰ ਡਿਸਟਰਬ ਜ਼ਿਆਦਾ ਕੀਤਾ ਹੈਗਾ। ਹਾਂ, ਦੌੜ ਚਾਹੀਦੀ ਹੈ, ਅੱਗੇ ਵਧਣਾ ਚਾਹੀਦਾ ਹੈ, ਲੇਕਿਨ ਪੈਰ ਜ਼ਮੀਨ 'ਤੇ ਰੱਖ ਕੇ ਵਧਣਾ ਚਾਹੀਦਾ। ਹਵਾ 'ਚ ਵਧਾਂਗੇ ਤਾਂ ਸਾਨੂੰ ਉਹਦੇ ਨੁਕਸਾਨ ਮਿਲਣਗੇ ਹੀ ਮਿਲਣੇ ਆ। ਅੱਛਾ, ਚਲੋ ਇਹ ਤੁਸੀਂ ਦੱਸਤਾ ਵੀ ਕਿਸ ਤਰੀਕੇ ਨਾਲ ਆਪਾਂ ਕਰਨਾ, ਬਟ ਇਹ ਜੇ ਕੋਈ ਕਰਨਾ ਚਾਹ ਰਿਹਾ ਹੈ ਤੁਹਾਡੇ ਮੁਤਾਬਕ, ਹੁਣ ਸੁਣ ਲਿਆ ਬੰਦੇ ਨੇ, ਉਹ ਕਹਿੰਦਾ ਯਾਰ ਮੈਂ ਕਰਾਂਗਾ, ਮੈਂ ਪਹਿਲਾਂ ਸ਼ੁਰੂ ਕਰਦਾ ਵੀ ਮੈਂ ਜੋ ਡਾਕਟਰ ਸਾਹਿਬ ਕਹਿ ਰਹੇ ਨੇ ਮੈਂ ਉਹਦੇ ਮੁਤਾਬਕ ਕਰਾਂਗਾ, ਅਤੇ ਜਦੋਂ ਉਹ ਸ਼ੁਰੂ ਕਰਦਾ ਤਾਂ ਫਿਰ ਉਹਨੂੰ ਕੀ ਆਪਾਂ ਤਸੱਲੀ ਦਈਏ ਵੀ ਕਿੰਨੀ ਦੇਰ ਦੇ ਵਿੱਚ ਤੂੰ ਬਿਲਕੁਲ ਠੀਕ ਹੋ ਜਾਏਗਾ? ਜੇ ਮੈਂ, ਕਿਉਂਕਿ ਅੱਜ ਆਪਾਂ ਟੌਪਿਕ ਹੀ ਆਪਣਾ ਡਾਕਟਰ ਲਾਇਨਸ ਪੌਲਿੰਗ ਦੇ ਉੱਪਰ ਸੀ, ਉਹਨਾਂ ਦੀ ਖੋਜ ਦੇ ਮੁਤਾਬਕ ਗੱਲ ਕਰਾਂ ਤਾਂ ਉਹਨਾਂ ਨੇ ਕਿਹਾ ਸੀ ਕਿ ਆਪਣੀ ਬਾਡੀ ਨੂੰ ਮਿਨਰਲਸ ਦੇ ਨਾਲ ਭਰਪੂਰ ਰੱਖੋ ਡੇਲੀ, ਕਿਉਂਕਿ ਸਾਡੀ ਬਾਡੀ ਬਹੁਤ ਸਾਰੇ ਵਿਟਾਮਿਨ ਤਾਂ ਬਣਾ ਸਕਦੀ ਹੈ, ਲੇਕਿਨ ਮਿਨਰਲਸ ਇੱਕ ਨਹੀਂ ਬਣਾ ਸਕਦੀ। ਇਹ ਡੇਲੀ ਸਾਨੂੰ ਨਵੇਂ ਚਾਹੀਦੇ ਨੇ। ਜੋ ਤੁਸੀਂ ਅੱਜ ਮਿਨਰਲਸ ਤੁਹਾਡੀ ਬਾਡੀ ਨੇ ਇਨਟੇਕ ਕੀਤੇ ਵਾਇਆ ਫੂਡ, ਵਾਇਆ ਏਅਰ, ਵਾਇਆ ਵਾਟਰ, ਉਹ ਅਗਲੇ 24 ਘੰਟੇ ਤੋਂ ਬਾਅਦ ਦੇ ਵਿੱਚ ਬਾਡੀ 'ਚੋਂ ਬਾਹਰ ਚਲ ਜਾਣੇ ਨੇ। ਸਾਡੇ ਯੂਰਿਨ ਰਾਹੀਂ, ਸਾਡੇ ਪਸੀਨੇ ਰਾਹੀਂ, ਸਾਡੇ ਸਟੂਲ ਰਾਹੀਂ ਬਾਡੀ 'ਚੋਂ ਬਾਹਰ ਡੀਟੌਕਸੀਫਾਈ ਹੋ ਜਾਣੇ ਨੇ, ਤਾਂ ਨੈਕਸਟ ਡੇ ਲਈ ਹੋਰ ਚਾਹੀਦੇ ਨੇ ਸਾਨੂੰ, ਠੀਕ ਹੈ। ਤਾਂ ਉਹਦੀ ਸਾਨੂੰ ਇੱਕ ਡੋਜ਼ ਅਮਾਊਂਟ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਹੁਣ ਮਿਨਰਲਸ ਦਾ ਬਹੁਤ ਅੱਛੇ ਸੋਰਸ ਨੇ, ਪਿੰਕ ਰੌਕ ਸਾਲਟ ਦੇ ਵਿੱਚ ਮਿਨਰਲਸ ਦੀ ਮਾਤਰਾ ਬਹੁਤ ਅੱਛੀ ਹੁੰਦੀ ਹੈ। ਅਸੀਂ ਮਿੱਟੀ ਦੇ ਉੱਤੇ 1 ਘੰਟਾ ਥੈਰੇਪੀ ਲੈਂਦੇ ਹਾਂ, ਨੰਗੇ ਪੈਰ ਔਰ ਹੱਥ ਵੀ ਅਗਰ ਇਨਵੋਲਵ ਕਰਦੇ, ਇਹਦੇ 'ਚ ਸੌਖਾ ਤਰੀਕਾ ਇਹ ਹੁੰਦਾ ਕਿ ਘਰ ਦੇ ਵਿੱਚ ਅਗਰ ਤੁਹਾਡੇ ਕੋਲ ਥੋੜ੍ਹੀ ਜਗ੍ਹਾ ਕੱਚੀ ਹੈ, ਉੱਥੇ ਥੋੜ੍ਹੀਆਂ ਵੈਜੀਟੇਬਲਸ ਵਗੈਰਾ ਦੀ ਫਾਰਮਿੰਗ ਕਰੋ, ਨਾਲੇ ਤਾਂ ਘਰ ਵਾਸਤੇ ਸਬਜ਼ੀਆਂ ਬਣ ਜਾਂਦੀਆਂ, ਨਾਲੇ ਡੇਲੀ ਨੰਗੇ ਪੈਰ ਉੱਥੇ ਬੈਠ ਕੇ ਗੋਡੀ ਕਰੋ, ਨਾਲੇ ਥੋੜ੍ਹਾ ਤਰੋ ਤਾਜ਼ਾ ਹੋ ਜਾਂਦਾ, ਰੋਜ਼ 1 ਘੰਟੇ ਦੀ ਥੈਰੇਪੀ ਵੀ ਹੋਗੀ। ਤਾਂ ਇਹ ਹੋ ਗਿਆ। ਤੀਸਰੀ ਹੈਗੀ ਸਨਲਾਈਟ, ਸੂਰਜ ਤੋਂ ਬਾਡੀ ਬਹੁਤ ਕੁਛ ਲੈਂਦੀ ਹੈਗੀ ਹੈ, ਵਿਟਾਮਿਨ ਡੀ ਉੱਥੋਂ ਤੋਂ ਲੈਂਦੀ ਹੈਗੀ ਹੈ, ਜਿਹਦੇ ਨਾਲ ਕੈਲਸ਼ੀਅਮ ਨੂੰ ਇੱਕ ਬੋਨ ਸੈੱਲ ਬਣਨ 'ਚ ਹੈਲਪ ਮਿਲਦੀ ਹੈਗੀ ਆ। ਔਰ ਨੈਕਸਟ ਇਹ ਹੈ ਕਿ ਜਿਹੜਾ ਮੈਗਨੀਸ਼ੀਅਮ ਹੈ, ਮਿਨਰਲਸ ਦੇ ਵਿੱਚ ਜਿੰਨੇ ਵੀ ਅਲੱਗ-ਅਲੱਗ ਮਿਨਰਲਸ ਨੇ, ਕੈਲਸ਼ੀਅਮ, ਆਇਰਨ, ਫਾਸਫੋਰਸ, ਮੈਗਨੀਸ਼ੀਅਮ, ਮੈਗਨੀਜ਼, ਜਿੰਨੇ ਵੀ ਵਨੇਡੀਅਮ, ਸੈਲੇਨੀਅਮ, ਇਹ ਸਾਰੇ ਜਿਹੜੇ ਮਿਨਰਲਸ ਨੇ ਅਗਰ ਆਇਨਿਕ ਫਾਰਮ ਦੇ ਵਿੱਚ ਨੇ, ਇਹਨਾਂ ਵਿੱਚ ਸਭ ਤੋਂ ਇੱਕ ਮੇਜਰ ਮਿਨਰਲਸ ਆ, ਦੈਟ ਇਜ਼ ਦਾ ਮੈਗਨੀਸ਼ੀਅਮ। ਮੈਗਨੀਸ਼ੀਅਮ ਦਾ ਮੇਜਰ ਰੋਲ ਹੈ ਕਿ ਸਾਡੇ ਸਰੀਰ ਦੇ ਵਿੱਚ 300 ਤੋਂ ਵੱਧ ਕਿਰਿਆਵਾਂ ਕਰਦਾ ਹੈ। ਇਹ ਕਿਰਿਆਵਾਂ ਕਿਹੜੀਆਂ ਨੇ? ਬ੍ਰੇਨ ਦੇ ਸੈੱਲ ਤੋਂ ਲੈ ਕੇ ਪੈਰ ਦੀ ਤਲੀ ਦੇ ਸੈੱਲ ਤੱਕ ਦੀ ਕਮਿਊਨੀਕੇਸ਼ਨ, ਸਾਡੀ ਬ੍ਰੇਨ ਦੀਆਂ ਜਿੰਨੀਆਂ ਵੀ ਐਕਟੀਵਿਟੀ ਆ। ਹੁਣ ਜਦੋਂ ਅਸੀਂ ਸੌਂ ਜਾਂਦੇ ਹਾਂ ਉਸ ਟਾਈਮ 'ਤੇ ਫਿਜ਼ੀਕਲੀ ਵਰਕ ਤਾਂ ਬੰਦ ਹੈ, ਲੇਕਿਨ ਉਸ ਟਾਈਮ 'ਤੇ ਸਾਡੀ ਬਾਡੀ ਦੇ ਬਹੁਤ ਸਾਰੇ ਆਰਗਨਸ 50% ਉਹ ਵੀ ਸੌਂ ਜਾਂਦੇ ਨੇ, ਲੇਕਿਨ ਬਹੁਤ ਸਾਰੀਆਂ ਹਲਚਲ, ਬਹੁਤ ਸਾਰੀ ਐਕਟੀਵਿਟੀ ਬਾਡੀ ਕਰਦੀ ਰਹਿੰਦੀ ਹੈ। ਉਹਦੇ ਲਈ ਵਿੱਚ ਵੀ ਮੈਗਨੀਸ਼ੀਅਮ ਦਾ ਬਹੁਤ ਵੱਡਾ ਰੋਲ ਹੈ। ਸਾਡੇ ਡਾਈਜੈਸਟਿਵ ਸਿਸਟਮ ਦੇ ਲਈ, ਸਾਡੇ ਰੀਪਰੋਡਕਟਿਡ ਆਰਗਨਸ ਦੇ ਲਈ, ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ, ਸਾਡੇ ਸਕਿਨ ਸਿਸਟਮ ਦੇ ਲਈ, ਸਾਡੇ ਜਿਹੜਾ ਨਰਵਸ ਸਿਸਟਮ ਆ ਉਹਦੇ ਲਈ, ਸਾਡੇ ਨਿਊਰੋ ਸਿਸਟਮ ਦੇ ਲਈ, ਸਾਡੇ ਥਾਇਰਾਇਡ ਦੇ ਲਈ, ਸਾਡੇ ਹਾਰਮੋਨਸ ਦੇ ਲਈ, ਸਭ ਦੇ ਲਈ ਸਾਰੀਆਂ ਇਹ 300 ਤਰ੍ਹਾਂ ਦੀਆਂ ਐਕਟੀਵਿਟੀਜ਼ ਨੇ ਬਾਡੀ 'ਤੇ, ਜੋ ਜਿਹੜੇ ਮੈਗਨੀਸ਼ੀਅਮ ਹੈ ਉਹ ਸਾਡੀ ਬਾਡੀ ਤੋਂ ਡੇਲੀ ਕਰਵਾਉਂਦਾ। ਉਸੇ ਤਰ੍ਹਾਂ ਜਿਵੇਂ ਇਸ ਤੋਂ ਅੱਗੇ ਆ ਗਿਆ ਆਇਰਨ ਆ ਗਿਆ, ਉਹ ਸਾਡੇ ਹੀਮੋਗਲੋਬਿਨ ਨੂੰ ਬਣਾਉਣ ਦੇ ਵਿੱਚ ਹੈਲਪਫੁਲ ਹੈ। ਕੈਲਸ਼ੀਅਮ ਆ ਗਈ, ਉਹ ਸਾਡੀ ਹੱਡੀ ਲਈ। ਬੋਰਨ ਆ ਗਿਆ, ਉਹ ਬ੍ਰੇਨ ਵਾਸਤੇ ਹੁੰਦਾ ਹੈ, ਠੀਕ ਹੈ। ਇਸੇ ਤਰ੍ਹਾਂ ਇਹਦੀ ਲੰਬੀ ਚੌੜੀ ਇੱਕ ਲਿਸਟ ਹੁੰਦੀ। 84 ਤਰ੍ਹਾਂ ਦੇ ਮਿਨਰਲ ਸਾਨੂੰ ਡੇਲੀ ਰਿਕੁਆਇਰਡ ਹੈ, ਜੋ ਸਾਡੀ ਬਾਡੀ ਨੂੰ ਇਨਟੇਕ ਕਰਨੇ ਚਾਹੀਦੇ ਨੇ, ਠੀਕ ਹੈ। ਤਾਂ ਇਹ ਜਦੋਂ ਅਸੀਂ ਕੋਈ ਫੂਡ ਵੀ ਚੂਜ਼ ਕਰਦੇ ਹਾਂ, ਸਬਜ਼ੀ ਵੀ ਚੂਜ਼ ਕਰਦੇ ਹਾਂ, ਤਾਂ ਸਾਨੂੰ ਉਹਦੇ ਬਾਰੇ ਵੀ ਥੋੜ੍ਹਾ ਬਹੁਤ ਪਤਾ ਹੋਣਾ ਚਾਹੀਦਾ। ਕੇਲੇ ਦੇ ਵਿੱਚ ਹੁਣ ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਤਿੰਨੋਂ ਹੁੰਦੇ ਨੇ। ਜਿਸ ਇਨਸਾਨ ਦਾ BP ਅਪ ਡਾਊਨ ਹੁੰਦਾ ਹੈ, ਜਿਸ ਇਨਸਾਨ ਦੇ ਅੰਦਰ ਹੱਡੀ ਕਮਜ਼ੋਰ ਹੈ, ਤਾਂ ਰੈਗੂਲਰ ਆਪਣੇ ਫੂਡ ਦੇ ਵਿੱਚ ਸਵੇਰ ਦੇ ਖਾਣੇ ਤੋਂ 2 ਘੰਟੇ ਬਾਅਦ 2 ਕੇਲੇ ਰੈਗੂਲਰ ਰੋਜ਼ ਐਡ ਕਰੇ, ਠੀਕ ਹੈ। ਐਲਮੰਡ ਦੇ ਵਿੱਚ, ਬਦਾਮ ਦੇ ਵਿੱਚ, ਕਿਸ਼ਮਿਸ਼ ਦੇ ਵਿੱਚ, ਅਖਰੋਟ ਦੇ ਵਿੱਚ ਮਿਨਰਲਸ ਦੀ ਭਰਪੂਰ। ਅਖਰੋਟ 'ਚ ਬੋਰਨ ਪਾਇਆ ਜਾਂਦਾ ਹੈ। ਤੁਸੀਂ ਦੇਖਿਆ ਅਖਰੋਟ ਦੀ ਜਿਹੜੀ ਸ਼ੇਪ ਹੈ ਉਹ ਵੀ ਬ੍ਰੇਨ ਟਾਈਪ, ਠੀਕ ਹੈ। ਤਾਂ ਨੇਚਰ ਨੇ ਤਾਂ ਵੈਸੇ ਹੀ ਬਿਨਾਂ ਪੜ੍ਹਿਆਂ ਨੂੰ ਵੀ ਉਹਨੇ ਸਾਈਨ ਦਿੱਤੇ ਹੋਏ ਨੇ ਕਿ ਆਹ ਚੀਜ਼ ਤੇਰੀ ਇਸ ਲਈ ਅੱਛੀ ਹੈਗੀ ਹੈ। ਅਖਰੋਟ, ਜਦੋਂ ਤੁਸੀਂ ਬਦਾਮ ਦੇਖਦੇ ਹੋ, ਬਦਾਮ ਦੀ ਗਿਰੀਆਂ ਦੇ ਉੱਪਰ ਹਲਕੀ ਜਿਹੀ ਲਾਈਨਿੰਗ ਹੁੰਦੀ ਹੈ,
ਉਹ ਆਰਟਰੀਜ਼ ਔਰ ਵੇਨਸ ਦੀ ਤਰ੍ਹਾਂ ਹੁੰਦੀ ਹੈ। ਉਹ ਹਾਰਟ ਵਾਸਤੇ ਬਹੁਤ ਪਾਵਰਫੁਲ ਹੁੰਦਾ ਹੈ, ਉਹ 'ਚੋਂ ਬਾਡੀ ਬਹੁਤ ਕੁਝ ਲੈਂਦੀ ਹੈ, ਬਾਡੀ ਵਾਸਤੇ ਬਹੁਤ ਕੁਝ ਹੈਗਾ। ਇਸ ਤੋਂ ਅੱਗੇ ਆ ਗਿਆ ਆਪਣਾ ਜਿਸ ਤਰ੍ਹਾਂ ਅਨਾਰ ਆ ਗਿਆ, ਉਹਦੇ ਵਾਸਤੇ ਉਹਦੇ ਵਿੱਚ ਲੀਵਰ ਵਾਸਤੇ ਬਹੁਤ ਅੱਛੇ ਗੁਣ ਹੁੰਦੇ ਨੇ। ਦੈਨ ਉਸ ਤੋਂ ਅੱਗੇ ਪਪੀਤਾ ਆ ਗਿਆ, ਪੇਟ ਵਾਸਤੇ ਬਹੁਤ ਫਾਈਬਰ ਮਿਲਦਾ ਹੈਗਾ। ਤਰਬੂਜ ਆ ਗਿਆ ਅੱਜ ਦੇ ਦਿਨਾਂ ਦੇ ਵਿੱਚ, ਇਹ ਬਾਡੀ ਨੂੰ ਜਿਹੜਾ ਪਾਣੀ ਦੀ ਮਾਤਰਾ ਹੈ ਉਹਨੂੰ ਪੂਰੇ ਕਰਦਾ, ਹਾਈਡਰੇਟ ਬਾਡੀ ਨੂੰ ਡੀਹਾਈਡਰੇਟ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ। ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਸਾਰੀਆਂ ਵੀ ਚੀਜ਼ਾਂ ਨੇ ਜਿਹੜੀਆਂ ਮਿਨਰਲਸ ਜਿੱਥੋਂ ਸਾਡੀ ਬਾਡੀ ਲੈਂਦੀ ਹੈ। ਵੱਡੀ ਕੀ ਚੀਜ਼ ਹੈ, ਇਹ ਸਾਰੀਆਂ ਚੀਜ਼ਾਂ ਦੀ ਸਾਨੂੰ ਸਮਝ ਆ ਜਾਏਗੀ, ਲੇਕਿਨ ਸਭ ਤੋਂ ਪਹਿਲਾਂ ਸਾਨੂੰ ਇਹ ਸਮਝ ਆਉਣੀ ਜ਼ਰੂਰੀ ਹੈ ਜੋ ਡਾਕਟਰ ਲਾਇਨਸ ਪੌਲਿੰਗ, ਜਿਹੜੇ ਕਿ 2 ਵਾਰ ਦੇ ਨੋਬਲ ਪ੍ਰਾਈਜ਼ ਵਿਨਰ ਸਾਇੰਸਦਾਨ ਰਹੇ ਨੇ, ਜਿਹਨੇ ਕਿ 3500 ਪੇਜਾਂ ਦਾ ਗ੍ਰੰਥ ਲਿਖਿਆ ਔਰ ਅਖੀਰ ਦੇ ਵਿੱਚ ਮੋਰਲ ਲਾਈਨ ਇੱਕੋ ਲਿਖੀ ਕਿ ਤੁਹਾਡੇ ਸਰੀਰ 'ਚ ਹਰ ਘਾਟ, ਕਮਜ਼ੋਰੀ, ਇਨਫੈਕਸ਼ਨ, ਬੈਕਟੀਰੀਆ, ਵਾਇਰਸ, ਉਹਦਾ ਜਿਹੜਾ ਪਹਿਲਾ ਕਾਰਨ ਹੈ ਸਟੋਰ ਹੋਣ ਦਾ, ਉਹ ਹੈ ਕਿਸੇ ਨਾ ਕਿਸੇ ਖਣਿਜ ਤੱਤ ਦੀ ਕਮੀ। ਅਸੀਂ ਆਪਣੇ ਖਣਿਜ ਤੱਤ ਨੂੰ ਬਚਾਉਣ ਦੀ ਸੋਚ ਬਣਾਈਏ, ਬਚਾਉਣ ਦੇ ਲਈ ਇੱਕ ਗਿਆਨ ਇਕੱਠਾ ਕਰੀਏ, ਫਿਰ ਹੀ ਇਹ ਖਣਿਜ ਤੱਤਾਂ ਤੋਂ ਬਣੀ ਹੋਏ ਸਰੀਰ ਨੂੰ ਅਸੀਂ 100 ਸਾਲ ਦੀ ਉਮਰ ਤੱਕ ਲਿਜਾ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਬੜੀ ਵੱਡਮੁੱਲੀ ਜਾਣਕਾਰੀ ਦਿੱਤੀ ਹੈ ਵੀ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਠੀਕ ਕਰ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਕਿਹੜੇ ਕਾਰਨ ਰਹਿੰਦੇ ਨੇ ਕਿ ਜਿਹੜਾ ਸਰੀਰ ਜਿਹੜਾ ਉਹ ਵਾਰ-ਵਾਰ ਮੁੜ ਜਿਹੜਾ ਬਿਮਾਰ ਹੁੰਦਾ, ਅਤੇ ਉਸ ਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਬਾਡੀ ਦੀਆਂ, ਸਰੀਰ ਦੀਆਂ ਕਿਹੜੀਆਂ ਘਾਟਾਂ ਨੇ ਜਿਨ੍ਹਾਂ ਨੂੰ ਆਪਾਂ ਪੂਰਾ ਕਰਕੇ ਉਸ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਜੇਕਰ ਬਿਮਾਰੀਆਂ ਹਮਲਾ ਵੀ ਕਰਦੀਆਂ ਨੇ ਤਾਂ ਫਿਰ ਉਹਨਾਂ ਦੇ ਉੱਤੇ ਉਹ ਜ਼ਿਆਦਾ ਅਸਰ ਨਹੀਂ ਕਰ ਪਾਉਂਦੀਆਂ। ਸੋ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਕੁਲਵੰਤ ਜੀ ਔਰ ਨਿਊਜ਼ ਏਸ਼ੀਆ ਪੰਜਾਬੀ ਸਾਰੀ ਟੀਮ ਦਾ, ਦਰਸ਼ਕਾਂ ਦਾ, ਜਿਨ੍ਹਾਂ ਨੇ ਇਸ ਵੀਡੀਓ ਨੂੰ ਲਾਸਟ ਤੱਕ ਦੇਖਿਆ। ਔਰ ਵੱਡੀ ਚੀਜ਼ ਹੈ ਕਿ ਅੱਛੀ ਚੀਜ਼ ਨੂੰ, ਅੱਛੇ ਗਿਆਨ ਨੂੰ, ਜਿਵੇਂ ਕਿ ਅੱਜ ਆਪਾਂ ਡਾਕਟਰ ਲਾਇਨਸ ਪੌਲਿੰਗ ਦੇ ਉੱਪਰ ਗੱਲ ਕਰ ਰਹੇ ਹਾਂ, ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿਸੇ ਇੰਡੀਆ ਦੇ ਚੈਨਲ ਨੇ ਜਾਂ ਉਹ ਵੀ ਖਾਸ ਕਰ ਪੰਜਾਬੀ ਚੈਨਲ ਨੇ ਇਹਨਾਂ ਨੂੰ ਕਦੀ ਕਵਰ ਕੀਤਾ ਹੋਊਗਾ। ਲੇਕਿਨ ਗਿਆਨ ਪੱਖੋਂ ਉਹਨਾਂ ਦੇ ਖੋਜ ਪੱਖੋਂ ਅਲਟੀਮੇਟ ਚੀਜ਼ਾਂ ਉਹਨਾਂ ਨੇ ਹਿਊਮਨ ਬਾਡੀ ਨੂੰ ਦਿੱਤੀਆਂ ਨੇ, ਸਮਾਜ ਨੂੰ ਦਿੱਤੀਆਂ ਨੇ। ਉਸੇ ਹੀ ਪੱਖ ਨੂੰ ਨੋ ਡਾਊਟ ਉਹ ਅਮਰੀਕਾ ਨੂੰ ਬਿਲੋਂਗ ਕਰਦੇ ਸੀ, ਲੇਕਿਨ ਅਸੀਂ ਇਹਦੇ ਉੱਤੇ ਪਿਛਲੇ 10-12 ਸਾਲ ਤੋਂ ਸਾਡੇ ਨਾਲ ਜਿੰਨੇ ਵੀ ਪੇਸ਼ੈਂਟ ਜੁੜੇ ਨੇ ਉਹਨਾਂ ਨੂੰ ਇਹਦੇ ਬਾਰੇ, ਉਹਨਾਂ ਦੇ ਇਸ ਗੁਣ ਬਾਰੇ, ਮਿਨਰਲਸ ਬਾਰੇ ਹਮੇਸ਼ਾ ਕਾਉਂਸਲਿੰਗ ਕਰਦੇ ਰਹਿੰਦੇ ਹਾਂ, ਸਮਝਾਉਂਦੇ ਰਹਿੰਦੇ ਹਾਂ, ਔਰ ਇਹਦਾ ਲੋਕਾਂ ਨੇ ਬਹੁਤ ਵੱਡਾ ਫਾਇਦਾ ਵੀ ਲਿਆ। ਜਿਹਦੇ ਵਿੱਚੋਂ ਮੈਂ ਮਿੱਟੀ ਦੀ ਇੱਕ ਜਿਹੜੀ ਗੱਲ ਦੱਸੀ ਕਿ ਮਿੱਟੀ ਤੋਂ ਵੀ ਅਸੀਂ ਲੈਂਦੇ ਹਾਂ। ਅਸੀਂ ਅਕਸਰ ਛੋਟੇ ਬੱਚਿਆਂ ਨੂੰ, ਪੇਰੈਂਟਸ ਨੂੰ ਸਮਝਾਉਂਦੇ ਹਾਂ ਕਿ ਰੈਗੂਲਰ 1 ਘੰਟਾ ਇਹਨਾਂ ਨੂੰ ਮਿੱਟੀ 'ਚ ਖੇਡਣ ਲਈ ਦਿਓ, ਇੱਕ ਮੈਡੀਸਨ ਦੇ ਤੌਰ 'ਤੇ, ਇੱਕ ਥੈਰੇਪੀ ਦੇ ਤੌਰ 'ਤੇ। ਜਿਨ੍ਹਾਂ ਦੇ ਜੋੜ ਕਮਜ਼ੋਰ ਨੇ, ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਨੇ, ਸਰਵਾਈਕਲ ਹੋ ਜਾਂਦਾ, ਰੈਗੂਲਰ 1 ਘੰਟਾ ਗਿੱਲੀ ਮਿੱਟੀ ਦੇ ਉੱਪਰ ਚੱਲੋ, 1 ਘੰਟਾ ਗਿੱਲੀ ਮਿੱਟੀ ਉੱਪਰ ਰੈਗੂਲਰ ਚੱਲੋ, ਹੱਥਾਂ ਨੂੰ ਵੀ ਇਨਵੋਲਵ ਕਰੋ। ਕੋਈ ਕੁਛ ਨਹੀਂ ਵਿਗੜਦਾ 24 ਘੰਟਿਆਂ ਦੇ ਵਿੱਚ। ਜੇ ਤੁਸੀਂ ਇੱਕ ਵਾਰੀ ਬੱਚੇ ਬਣ ਜਾਓਗੇ, ਹਾਂ ਜ਼ਿੰਦਗੀ ਜ਼ਰੂਰ ਅੱਛੀ ਹੋ ਜਾਏਗੀ, ਖੂਬਸੂਰਤ ਹੋ ਜਾਏਗੀ, ਸਟ੍ਰੈਸ ਲੈਵਲ ਲੋ ਹੋ ਜਾਏਗਾ। 1 ਘੰਟਾ 21 ਦਿਨ 1 ਘੰਟਾ 21 ਦਿਨ ਮਿੱਟੀ 'ਤੇ ਇੱਕ ਵਾਰੀ ਚੱਲ ਕੇ ਦੇਖੋ। ਮਿੱਟੀ ਤੋਂ ਪ੍ਰਾਪਤ ਹੋਏ ਜਿਹੜੇ ਮਿਨਰਲਸ ਨੇ ਤੁਹਾਡੀ ਬਾਡੀ ਇੰਨੀ ਈਜ਼ੀ ਵੇ ਨਾਲ ਅਸੈਪਟ ਕਰਦੀ ਆ, ਤੁਹਾਡੇ ਨਰਵਸ ਤੰਤਰ ਨੂੰ ਇੰਨੀ ਸਟਰੋਂਗ ਕਰਦੀ ਆ, ਤੁਹਾਡੇ ਕਾਰਡੀਓ ਸਿਸਟਮ ਜਿਹੜਾ ਕਿ ਬਲੱਡ ਸਰਕੂਲੇਸ਼ਨ ਉਹਨੂੰ ਇੰਨਾ ਅੱਛਾ ਸਮੂਥ ਕਰਦੀ ਹੈ। ਤੁਹਾਡਾ ਲੀਵਰ ਸਿਸਟਮ, ਤੁਹਾਨੂੰ ਜਿਹੜੀ ਭੁੱਖ ਲੱਗਣ ਦਾ ਜਿਹੜਾ ਟਾਈਮ ਟੇਬਲ ਇੰਨਾ ਬੈਸਟ ਕਰਦੀ ਹੈ, ਤੁਹਾਡੇ ਪੇਟ ਦੀ ਸਫਾਈ ਇੰਨਾ ਬੈਸਟ ਕਰਦੀ ਹੈ। 1 ਘੰਟਾ 21 ਦਿਨ ਕਰਕੇ ਦੇਖੋ। ਅਗਲੇ 21 ਦਿਨ ਤੋਂ 22ਵੇਂ ਦਿਨ ਕਰਨ ਵਾਸਤੇ ਤੁਹਾਨੂੰ ਸਾਡੀ ਐਡਵਾਈਸ ਦੀ ਜ਼ਰੂਰਤ ਨਹੀਂ ਪਏਗੀ, ਤਾਂ ਉਹ ਡਿਸੀਜਨ ਤੁਹਾਡਾ ਆਪਣਾ ਹੋਏਗਾ। ਸੋ ਮਿਨਰਲਸ ਦੇ ਰੂਪ ਅਲੱਗ-ਅਲੱਗ ਨੇ, ਉਹਦੇ ਵਿੱਚੋਂ ਮੈਂ ਇੱਕ ਮਿੱਟੀ ਦੀ ਐਗਜ਼ਾਮਪਲ ਦਿੱਤੀ ਹੈਗੀ ਆ। ਜਿਵੇਂ ਤੁਸੀਂ ਆਪਣੀ ਨੌਲੇਜ ਨੂੰ ਵਧਾਓਗੇ ਤੁਹਾਨੂੰ ਇਹਨਾਂ ਬਾਰੇ ਸਮਝ ਆਉਂਦੀ ਜਾਏਗੀ। ਤਾਂ ਇਸ ਅੱਛੇ ਮੈਸੇਜ ਨੂੰ ਨਿਊਜ਼ ਏਸ਼ੀਆ ਪੰਜਾਬੀ ਨੇ ਆਪਣੇ ਦਰਸ਼ਕਾਂ ਤੱਕ, ਸਾਰੇ ਦੇ ਸਾਰੇ ਪੰਜਾਬੀਆਂ ਤੱਕ ਔਰ ਸਾਰੇ ਦੇਸ਼ ਤੱਕ ਇਹਨੂੰ ਪਹੁੰਚਾਇਆ। ਉਹਦੇ ਵਾਸਤੇ ਨਿਊਜ਼ ਏਸ਼ੀਆ ਪੰਜਾਬੀ ਦਾ ਅਸੀਂ ਬਹੁਤ ਧੰਨਵਾਦ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਧੰਨਵਾਦ। ਸੋ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਦਾ ਮੂਲ ਕਾਰਨ ਕੀ ਰਹਿੰਦਾ ਉਸ ਨੂੰ ਲੈ ਕੇ ਇੱਕ ਵੱਡੀ ਜਿਹੜੀ ਹੈ ਸਾਨੂੰ ਜਾਣਕਾਰੀ ਦਿੱਤੀ ਹੈ। ਡਾਕਟਰ ਲਾਇਨਸ ਪੌਲਿਨ ਦੇ ਗ੍ਰੰਥ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਸਨ, ਜਿਹੜੇ ਅੱਜ ਤੋਂ 64 ਸਾਲ ਪਹਿਲਾਂ ਲਿਖ ਗਏ ਸਨ ਕਿ ਬਿਮਾਰੀਆਂ ਦੇ ਕੀ ਕਾਰਨ ਹੋਣਗੇ, ਬੰਦੇ ਦਾ ਸਰੀਰ ਬਿਮਾਰ ਕਿਉਂ ਹੋਏਗਾ, ਉਹਨੂੰ ਠੀਕ ਕਰਨ ਦੇ ਕੀ ਤਰੀਕੇ ਹੋਣਗੇ, ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਰੀ ਗੱਲਬਾਤ ਪਸੰਦ ਆਵੇਗੀ। ਸੋ ਤੁਹਾਨੂੰ ਗੱਲਬਾਤ ਜਿਹੜੀ ਜੇਕਰ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਤੁਹਾਨੂੰ ਸਾਡਾ ਚੈਨਲ ਚੰਗਾ ਲੱਗਿਆ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ।
ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।